ਤਾਂ ਹਫ਼ਤੇ ਦੇ ਪਹਿਲੇ ਦਿਨ ਪੈ ਫੁੱਟਣ ਦੇ ਵੇਲੇ ਮਰੀਅਮ ਮਗਦਲੀਨੀ ਅਤੇ ਦੂਜੀ ਮਰੀਅਮ ਕਬਰ ਨੂੰ ਵੇਖਣ ਆਈਆਂ। ਅਰ ਵੇਖੋ, ਇੱਕ ਵੱਡਾ ਭੁਚਾਲ ਆਇਆ। ਇਸ ਲਈ ਜੋ ਪ੍ਰਭੂ ਦਾ ਦੂਤ ਆਕਾਸ਼ੋਂ ਉਤਰਿਆ ਅਰ ਨੇੜੇ ਆਣ ਕੇ ਉਸ ਪੱਥਰ ਨੂੰ ਰੇੜ ਕੇ ਲਾਂਬੇ ਕਰ ਦਿੱਤਾ ਅਰ ਉਸ ਉੱਤੇ ਬਹਿ ਗਿਆ। ਉਹਦਾ ਰੂਪ ਬਿਜਲੀ ਵਰਗਾ ਅਰ ਉਹਦਾ ਬਸਤਰ ਬਰਫ਼ ਜਿਹਾ ਚਿੱਟਾ ਸੀ ਅਤੇ ਉਹਦੇ ਭੈ ਦੇ ਮਾਰੇ ਰਾਖੇ ਕੰਬ ਉੱਠੇ ਅਤੇ ਮੁਰਦਿਆਂ ਵਾਂਗੂ ਹੋ ਗਏ। ਪਰ ਦੂਤ ਨੇ ਅੱਗੋਂ ਤੀਵੀਆਂ ਨੂੰ ਕਿਹਾ, ਤੁਸੀਂ ਨਾ ਡਰੋ, ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯੀਸ਼ੂ ਨੂੰ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਭਾਲਦੀਆਂ ਹੋ। ਉਹ ਇੱਥੇ ਹੈ ਨਹੀਂ, ਕਿਉਂਕਿ ਜਿਵੇਂ ਉਸਨੇ ਕਿਹਾ ਸੀ ਉਹ ਜੀ ਉੱਠਿਆ ਹੈ। ਆਓ ਇਹ ਥਾਂ ਵੇਖੋ ਜਿੱਥੇ ਪ੍ਰਭੂ ਪਿਆ ਹੋਇਆ ਸੀ। ਅਰ ਛੇਤੀ ਜਾ ਕੇ ਉਹਦੇ ਚੇਲਿਆਂ ਨੂੰ ਆਖੋ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਅਤੇ ਵੇਖੋ ਉਹ ਤੁਹਾਥੋਂ ਅੱਗੇ ਗਲੀਲ ਨੂੰ ਜਾਂਦਾ ਹੈ। ਉਹਨੂੰ ਤੁਸੀਂ ਉੱਥੇ ਵੇਖੋਗੇ। ਲਓ, ਮੈਂ ਤੁਹਾਨੂੰ ਦੱਸ ਦਿੱਤਾ। ਅਤੇ ਉਹ ਭੈ ਅਤੇ ਵੱਡੀ ਖੁਸ਼ੀ ਨਾਲ ਕਬਰ ਕੋਲੋਂ ਛੇਤੀ ਚੱਲ ਕੇ ਉਹਦੇ ਚੇਲਿਆਂ ਨੂੰ ਖਬਰ ਦੇਣ ਲਈ ਦੌੜੀਆਂ ਗਈਆਂ। ਅਤੇ ਵੇਖੋ, ਯਿਸੂ ਉਹਨਾਂ ਨੂੰ ਮਿਲਿਆ ਅਰ ਬੋਲਿਆ, ਸੁਖੀ ਰਹੋ। ਅਤੇ ਉਹਨਾਂ ਨੇ ਕੋਲ ਆਣ ਕੇ ਉਹਦੇ ਚਰਨ ਭਰੇ ਅਤੇ ਉਸ ਨੂੰ ਮੱਥਾ ਟੇਕਿਆ। ਤਾਂ ਯਿਸੂ ਨੇ ਉਹਨਾਂ ਨੂੰ ਆਖਿਆ, ਡਰੋ ਨਾ, ਜਾਓ, ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ, ਅਤੇ ਉਹ ਉੱਥੇ ਮੈਨੂੰ ਵੇਖਣਗੇ। ਜਿਸ ਵੇਲੇ ਉਹ ਚਲੀਆਂ ਜਾਂਦੀਆਂ ਸਨ ਤਾਂ ਵੇਖੋ, ਪਹਿਰੇ ਵਾਲਿਆਂ ਵਿੱਚੋਂ ਕਿੰਨਿਆਂ ਨੇ ਸ਼ਹਿਰ ਜਾ ਕੇ ਸਾਰੀ ਵਾਰਤਾ ਪ੍ਰਧਾਨ ਜਾਜਕਾਂ ਨੂੰ ਦੱਸ ਦਿੱਤੀ। ਅਤੇ ਉਹ ਬਜ਼ੁਰਗਾਂ ਦੇ ਨਾਲ ਇਕੱਠੇ ਹੋਏ ਅਰ ਮਤਾ ਪਕਾ ਕੇ ਸਿਪਾਹੀਆਂ ਨੂੰ ਬਹੁਤ ਰੁਪਏ ਦਿੱਤੇ ਅਤੇ ਬੋਲੇ, ਤੁਸੀਂ ਇਹ ਕਹਿਣਾ ਕਿ ਜਦ ਅਸੀਂ ਸੁੱਤੇ ਹੋਏ ਸਾਂ ਉਹਦੇ ਚੇਲੇ ਰਾਤ ਨੂੰ ਆਣ ਕੇ ਉਹਨੂੰ ਚੁਰਾ ਲੈ ਗਏ। ਅਤੇ ਜੇ ਇਹ ਗੱਲ ਹਾਕਮ ਦੇ ਕੰਨਾਂ ਤੀਕਰ ਪਹੁੰਚੇ ਤਾਂ ਅਸੀਂ ਉਹਨੂੰ ਮਨਾ ਕੇ ਤੁਹਾਨੂੰ ਨਿਸ਼ਚਿੰਤ ਕਰ ਦਿਆਂਗੇ। ਸੋ ਉਹਨਾਂ ਨੇ ਰੁਪਏ ਲੈ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਸਿਖਲਾਏ ਗਏ ਸਨ। ਅਤੇ ਇਹ ਗੱਲ ਅੱਜ ਤੀਕ ਯਹੂਦੀਆਂ ਵਿੱਚ ਉਜਾਗਰ ਹੈ। ਬਸ ਪ੍ਰਭੂ ਪੜ੍ਹੇ ਗਏ ਵਚਨ ਦੀ ਆਸ਼ੀਸ਼ ਦੇ। ਸੋ ਅਸੀਂ 15 ਵਚਨ ਤੱਕ ਪੜ੍ਹਿਆ ਹੋਇਆ ਵਾ, ਸ਼ੁਰੂ ਤੋਂ ਪੜ੍ਹਿਆ ਹੋਇਆ ਵਾ ਕਿ ਜਦੋਂ ਪ੍ਰਭੂ ਜੀ ਮਾਰੇ ਗਏ ਨੇ, ਮਾਰਨ ਤੋਂ ਬਾਅਦ ਚ ਲਾ ਕੇ ਉਹਨੂੰ ਕਬਰ ਦੇ ਵਿੱਚ ਰੱਖ ਦਿੱਤਾ ਵਾ। ਕਬਰ ਤੋਂ ਰੱਖਣ ਤੋਂ ਬਾਅਦ ਜਦੋਂ ਤੀਸਰਾ ਦਿਨ ਆ ਗਿਆ, ਲਿਖਿਆ ਪਾँव ਫਟਤੇ ਹੀ ਸਵੇਰ ਦਾ ਮਤਲਬ ਕਿ ਕਰੀਬ 4 ਵਜੇ ਦੇ ਤੜਕੇ ਦੇ ਕੁਪ ਹਨੇਰੇ ਹੀ ਕੁਛ ਔਰਤਾਂ ਮਿਲ ਕਰ, ਜਿੱਦਾਂ ਮੈਂ ਸਵੇਰੇ ਵੀ ਤੜਕੇ ਬੋਲ ਰਿਹਾ ਸੀ, ਜਦੋਂ ਮੈਂ ਸਵੇਰੇ ਪ੍ਰਚਾਰ ਕਰ ਰਿਹਾ ਸੀਗਾ ਤਾਂ ਸਵੇਰੇ ਵੀ ਮੈਂ ਬੋਲਣ ਰਿਹਾ ਸੀ, ਉਹ ਕੁਛ ਔਰਤਾਂ ਮਿਲ ਕਰ ਉਹਦੇ ਸਰੀਰ ਤੇ ਸੁਗੰਧਾ ਭਰਨ ਵਾਸਤੇ ਕਿ ਸਰੀਰ 'ਚੋਂ ਬੋ ਨਾ ਆਵੇ ਸੜਨ ਦੀ, ਤਾਂ ਸਰੀਰ ਦੇ ਵਿੱਚ ਇਤਰ ਲਾਉਣ ਵਾਸਤੇ ਆਈਆਂ। ਤਾਂ ਦਿਮਾਗ 'ਚ ਸੋਚਣ ਦੀਆਂ, ਮਨ 'ਚ ਸੋਚਦੀਆਂ ਕਿ ਸਾਡੇ ਵਾਸਤੇ ਪੱਥਰ ਕੌਣ ਹਟਾਵੇਗਾ। ਅਸੀਂ ਮਰਕਸ ਦੀ ਕਿਤਾਬ ਪੜ੍ਹਦੇ ਤੇ ਲੂਕਾ ਦੀ ਕਿਤਾਬ ਜਿੱਦਾਂ ਕਰਕੇ ਪੜ੍ਹਦੇ ਕਿ ਸਾਡੇ ਵਾਸਤੇ ਪੱਥਰ ਕੌਣ ਹਟਾਵੇਗਾ। ਤਾਂ ਲਿਖਿਆ ਗਿਆ ਵਾ ਕਿ ਜਦੋਂ ਆ ਰਹੀਆਂ ਸੀਗੀਆਂ ਤਾਂ ਸਵਰਗਦੂਤ ਉਹ ਜਗ੍ਹਾ ਤੇ ਹਾਜ਼ਰ ਹੋਏ ਆ ਅਤੇ ਸਵਰਗਦੂਤਾਂ ਦੇ ਭੈ ਦੇ ਨਾਲ ਉਹ ਜਿਹੜੇ ਰਾਖੇ ਸੀਗੇ। ਇਸ ਤੋਂ ਪਹਿਲਾਂ ਜੋ ਅਸੀਂ ਪਿੱਛੇ ਪੜ੍ਹਦੇ ਆ ਨਾ 27 ਅਧਿਆਏ ਪੜ੍ਹਦੇ ਆ, 27 ਅਧਿਆਏ 'ਚ ਪਹਿਰੇਦਾਰਾਂ ਨੇ ਉਹਨੂੰ ਕਬਰ ਤੋਂ ਲਾ ਕੇ ਸਲੀਬ ਤੋਂ ਲਾ ਕੇ ਕਬਰ 'ਚ ਰੱਖ ਦਿੱਤਾ। ਤੇ ਇਹਨਾਂ ਨੇ ਹੈਰੋਦੇਸ ਦੇ ਕੋਲ ਜਾ ਕੇ ਇੱਕ ਚਿੱਠੀ ਲਿਖ ਕੇ ਮੋਹਰ ਲਵਾ ਕੇ ਆਖਿਆ ਕਿ ਸਾਨੂੰ ਮੋਹਰ ਲਾ ਕੇ ਦੇ ਕਿ ਅਸੀਂ ਇਸ ਕਬਰ ਦੇ ਉੱਪਰ ਪੈਰਾ ਲਵਾਈਏ, ਇਸ ਕਬਰ ਦੇ ਪੈਰਾ ਲਗਾ ਦਈਏ ਕਿ ਸੱਚੀ ਨਾ ਜੀ ਉੱਠੇ। ਜਿਸ 27 ਅਧਿਆਏ ਪੜ੍ਹਦੇ ਉੱਥੇ ਇੱਦਾਂ ਲਿਖਿਆ ਗਿਆ ਵਾ, ਸਾਨੂੰ ਕੋਈ ਲਿਖ ਕੇ ਚਿੱਠੀ ਲਿਖ ਕੇ ਦੇ ਕਿ ਅਸੀਂ ਪੈਰਾ ਲਗਾ ਦਈਏ ਕਿ ਸੱਚੀ ਨਾ ਕਦੇ ਜੀ ਉੱਠੇ। ਤਾਂ ਬਾਣੀ ਆਖਦੀ ਹੈ, ਰਾਜਾ ਆਖਦਾ ਵਾ ਕਿ ਜਾਓ, ਤੁਹਾਡੇ ਕੋਲ ਨੌਕਰ ਵੀ ਹੈਗੇ ਆ, ਤੁਹਾਡੇ ਕੋਲ ਸਾਰਾ ਕੁਛ ਹੈਗਾ, ਤੁਸੀਂ ਗ੍ਰੰਥੀ ਲੋਕ ਵਾ, ਯਹੂਦੀ ਲੋਕ, ਗਿਆਨੀ ਲੋਕ ਆ, ਜਿੱਦਾਂ ਤੁਹਾਡੀ ਬੁੱਧ ਕੰਮ ਕਰਦੀ ਆ ਤੁਸੀਂ ਉੱਦਾਂ ਹੀ ਕੰਮ ਕਰੋ। ਤਾਂ ਇਹਨਾਂ ਲੋਕਾਂ ਨੇ ਥੋੜੇ ਲੋਕਾਂ ਨੂੰ ਆਪਣੇ ਨੌਕਰਾਂ ਨੂੰ ਪੈਸੇ ਦਿੱਤੇ ਆ ਤੇ ਪੈਰਾ ਲਵਾਤਾ। ਜਦੋਂ ਯਿਸੂ ਮਸੀਹ ਮਰੇ ਉਸ ਦਿਨ ਤੋਂ ਲੈ ਕੇ ਜੀ ਉੱਠਣ ਦੇ ਦਿਨ ਤੱਕ ਯਿਸੂ ਦੀ ਕਬਰ ਦੇ ਉੱਪਰ ਪੈਰਾ ਲੱਗਿਆ ਸੀਗਾ। ਮਤਲਬ ਕਿ ਜਿੱਦਾਂ ਅਸੀਂ ਰਾਤ ਦੇ ਵੇਲੇ ਪੈਰਾ ਲਗਾਉਂਦੇ ਕਿ ਚੋਰ ਨਾ ਆ ਜਾਵੇ, ਉਸ ਰੀਤੇ ਇਹਨਾਂ ਨੇ ਪੈਰਾ ਲਗਾ ਦਿੱਤਾ ਸੀ ਯਿਸੂ ਮਸੀਹ ਦੇ ਜੀ ਨਾ ਕਿਤੇ ਉੱਠੇ। ਉਹ ਫਰੀਸੀ ਲੋਕਾਂ ਨੇ, ਸਦੂਕੀ ਲੋਕਾਂ ਨੇ, ਗ੍ਰੰਥੀ ਲੋਕਾਂ ਨੇ ਪਹਿਲਾਂ ਬੋਲ ਚੁੱਕਿਆ ਕਿ ਉਹਨੂੰ ਭਵਿੱਖਬਾਣੀਆਂ ਪ੍ਰਭੂ ਦਾ ਸੁਣਿਆ ਸੀਗੀਆਂ, ਇਹਨਾਂ ਨੇ ਜੀ ਉੱਠਣਾ ਵਾ। ਲੇਕਿਨ ਇਹਨਾਂ ਨੇ ਜੀ ਉੱਠਣ ਤੋਂ ਵੀ ਸੋਚਿਆ ਕਿ ਨਾ ਜੀ ਉੱਠੇਗਾ, ਤਾਂ ਉਹਦੀ ਮੌਤ ਤੇ ਕਬਰ ਦੇ ਉੱਪਰ ਜਾ ਕੇ ਪਹਿਰਾ ਲਗਾ ਦਿੱਤਾ। ਲੇਕਿਨ ਜਦੋਂ ਪਰਮੇਸ਼ਵਰ ਦਾ ਕੰਮ ਹੋਣਾ ਹੋਵੇ ਤਾਂ ਕੌਣ ਰੋਕ ਸਕਦਾ ਵਾ। ਬਾਣੀ ਆਖਦੀ ਪ੍ਰਭੂ ਜਦੋਂ ਕੰਮ ਕਰਦਾ ਵਾ ਤਾਂ ਉਹਨੂੰ ਕੌਣ ਰੋਕ ਸਕਦਾ ਵਾ।
ਤਾਂ ਪਰਮੇਸ਼ਰ ਨੂੰ ਮਨੁੱਖ ਥੋੜੀ ਰੋਕ ਸਕਦਾ, ਮਨੁੱਖ ਨੂੰ ਤਾਂ ਉਸਨੇ ਆਪ ਬਣਾਇਆ ਵਾ। ਜਿੱਦਾਂ ਸਾਡੇ ਘਰ 'ਚ ਡੰਗਰ ਵਾ ਰੱਖਿਆ ਹੋਇਆ ਵਾ, ਅਸੀਂ ਉਹਨੂੰ ਮਾਰ ਦਈਏ, ਜੋ ਮਰਜ਼ੀ ਕਰ ਦਈਏ, ਕਿੱਦਾਂ ਵੀ ਕਰ ਦਈਏ, ਸਾਡੇ ਵੱਸ ਦੇ ਵਿੱਚ। ਪ੍ਰਿਥਵੀ ਜੱਗ ਖੁਦਾਵੰਦ ਨੇ ਬਣਾਇਆ, ਖੁਦਾ ਦੇ ਵੱਸ ਦੇ ਵਿੱਚ। ਕਿੱਦਾਂ ਖੁਦਾ ਨੂੰ ਕੋਈ ਆਪਣੇ ਕੰਟਰੋਲ 'ਚ ਕਰ ਸਕਦਾ ਵਾ? ਸੋ ਪ੍ਰਭੂ ਦੇ ਕੰਟਰੋਲ ਦੇ ਵਿੱਚ ਅਸੀਂ ਅਸੀਂ ਕੰਟਰੋਲ ਨਹੀਂ ਖੁਦਾ ਨੂੰ ਕਰ ਸਕਦੇ। ਤਾਂ ਉਹਨਾਂ ਨੇ ਕੀ ਕੀਤਾ, ਪਹਿਰਾ ਲਗਾ ਦਿੱਤਾ। ਤੀਸਰਾ ਦਿਨ ਆ ਗਿਆ, ਮੈਂ ਛੇਤੀ ਬੋਲਾਂ, ਤੀਸਰਾ ਦਿਨ ਆ ਗਿਆ ਤਾਂ ਬਾਣੀ ਆਖਦੀ ਸੁਬਹ ਤੜਕੇ ਸੁਰਗਦੂਤਾਂ ਦੀ ਹਜ਼ੂਰੀ ਉੱਥੇ ਆਈ ਆ, ਤੇ ਜਿਨ੍ਹਾਂ ਨੇ ਪਹਿਰਾ ਲਗਾਇਆ ਸੀ, ਅਸੀਂ ਪੜ੍ਹ ਚੁੱਕੇ ਆ, ਉਹ ਮੁਰਦਿਆਂ ਦੇ ਵਾਂਗਰ ਹੋ ਗਏ ਆ, ਭੈ ਦੇ ਨਾਲ ਭਰ ਗਏ ਆ, ਉਹਨਾਂ ਦੀ ਸੁੱਧ ਬੁੱਧ ਨਾ ਰਹੀ ਹੈਗੀ। ਅਤੇ ਲਿਖਿਆ ਗਿਆ ਵਾ, ਔਰਤਾਂ ਨੇ ਦੇਖਿਆ ਵਾ, ਤੇ ਔਰਤਾਂ ਨੂੰ ਯੀਸ਼ੂ ਮਸੀਹ ਪੜ੍ਹ ਚੁੱਕੇ ਆ, ਯੀਸ਼ੂ ਮਸੀਹ ਆਖਦਾ ਵਾ ਕਿ ਜਾ ਕੇ ਮੇਰੇ ਭਾਈਆਂ ਨੂੰ ਦੱਸੋ ਕਿ ਮੈਂ ਤੁਹਾਨੂੰ ਪਹਿਲਾਂ ਗਲੀਲ ਦੇ ਵਿੱਚ ਮਿਲਾਂਗਾ, ਕਿਉਂਕਿ ਗਲੀਲ ਦੇ ਵਿੱਚ ਜਾ ਕੇ ਮੇਰੀ ਭਵਿੱਖਬਾਣੀ ਪੂਰੀ ਹੋਣੀ ਆ। ਗਲੀਲ ਦੇ ਵਿੱਚ ਪ੍ਰਭੂ ਜੀ ਗਏ ਨੇ, ਮਿਲੇ ਪ੍ਰਭੂ ਜੀ, ਅਤੇ ਲਿਖਿਆ ਗਿਆ ਫਿਰ ਉਹ ਜਿਹੜੇ ਨੌਕਰ ਸੀਗੇ ਉਹਨਾਂ ਨੇ ਜਾ ਕੇ, ਜਿਨ੍ਹਾਂ ਨੇ ਪਹਿਰਾ ਲਗਵਾਇਆ ਸੀ ਮਾਲਕਾਂ ਨੂੰ ਆਖਦੇ ਆ ਕਿ ਆਹ ਜਿਹੜਾ ਕੰਮ ਹੋ ਚੁੱਕਿਆ ਵਾ, ਹੁਣ ਕੀ ਕੀਤਾ ਜਾਵੇ? ਤੇ ਮਾਲਕਾਂ ਨੇ ਅੱਗੇ ਉਹਨੂੰ ਆਖਿਆ, ਤੁਸੀਂ ਇੱਦਾਂ ਕਰੋ, ਅਸੀਂ ਤੁਹਾਨੂੰ ਪੈਸੇ ਦੇਣੇ ਡਬਲ ਕਰਕੇ ਪੈਸੇ ਦੇਣੇ, ਤੁਸੀਂ ਝੂਠ ਬੋਲਣਾ ਵਾ। ਝੂਠ ਕਿਹੜਾ ਬੋਲਣਾ ਵਾ? ਇਹ ਕਹਿਣਾ ਕਿ ਜੋ ਤੁਹਾਨੂੰ ਪੁੱਛੇ ਕਿ ਰਾਤ ਦੇ ਵੇਲੇ ਅਸੀਂ ਸੌਂ ਗਏ ਸੀਗੇ, ਇਹਦੇ ਚੇਲੇ ਆਏ ਆ ਤੇ ਲਾਸ਼ ਕੱਢ ਕੇ ਕਬਰ ਦੇ ਵਿੱਚੋਂ ਲੈ ਗਏ ਆ। ਕਹਿੰਦਾ ਕਿ ਤੁਸੀਂ ਇੱਥੇ ਝੂਠ ਬੋਲਣਾ ਵਾ। ਜੇ ਤੁਹਾਡੇ ਤੇ ਕੋਈ ਪ੍ਰੋਬਲਮ ਆਵੇਗੀ ਤਾਂ ਅਸੀਂ ਗਿਆਨੀ ਲੋਕ ਵਾਂ, ਸਾਡੀ ਚੱਲਦੀ ਆ, ਰਾਜੇ ਦੇ ਨਾਲ ਬਹਿਣ ਉੱਠਣਾ ਹੈਗਾ, ਰਾਜੇ ਦੇ ਨਾਲ ਅਸੀਂ ਰਾਜੇ ਨੂੰ ਮਨਾ ਲਾਂਗੇ, ਪੈਸੇ ਦੇ ਕੇ ਲੈਣ ਦੇਣ ਕਰ ਲਾਂਗੇ, ਹਿਸਾਬ ਦਾ ਕਲੀਅਰ ਕਰ ਦਾਂਗੇ, ਤਾਂ ਤੁਸੀਂ ਇੱਦਾਂ ਹੀ ਕਹਿਣਾ ਵਾ। ਪਰੰਤੂ ਬਾਈਬਲ ਆਖਦੀ ਆ ਯੀਸ਼ੂ ਮਸੀਹ ਸੱਚਮੁੱਚ ਜੀ ਉੱਠਿਆ ਵਾ। ਪ੍ਰਾਈਸ ਲਾਰਡ, ਪ੍ਰਭੂ ਦੇ ਨਾਮ ਦੀ ਸਤੁਤੀ ਹੋਵੇ। ਪ੍ਰਭੂ ਯੀਸ਼ੂ ਮਸੀਹ ਜਦੋਂ ਜੀ ਉੱਠਿਆ ਤਾਂ ਇਹਨਾਂ ਨੇ ਦੇਖਿਆ ਵਾ, ਇਸ ਲਈ ਭੈਣ ਨਾਲ ਭਰ ਗਏ ਆ, ਦੁੱਖ ਨਾਲ ਭਰ ਗਏ ਆ। ਉਹਨਾਂ ਅੰਦਰ ਮੌਤ ਜਿਹੇ ਸਰੀਰ ਹੋ ਗਏ, ਮੌਤ ਜਿਹੇ ਮ੍ਰਿਤੂ ਜਿਹੀ ਹੁੰਦੀ ਹੈ, ਮ੍ਰਿਤੂ ਜਿਹੀ ਦੇਹ ਹੋ ਗਈ ਉਹਨਾਂ ਦੀ, ਮੌਤ ਜਿਹੇ ਸਰੀਰ ਹੋ ਗਏ, ਮੁਰਦੇ ਜਿਹੇ ਹੋ ਗਏ ਆ, ਕਿਉਂਕਿ ਪਰਮੇਸ਼ਰ ਦੇ ਭੈ ਦੇ ਨਾਲ ਉਹ ਪੂਰੀ ਤਰ੍ਹਾਂ ਕੰਬਣ ਡੈ ਪਏ ਆ। ਤੋ ਇਹਨਾਂ ਨੇ ਚਮਤਕਾਰ ਦੇਖਿਆ ਸੀਗਾ, ਲੇਕਿਨ ਉਹਨਾਂ ਦੇ ਨੌਕਰ ਹੋਣ ਦੇ ਕਰਕੇ ਝੂਠ ਬੋਲਣਾ ਪੈ ਗਿਆ। ਲੇਕਿਨ ਇਹਨਾਂ ਨੇ ਪਤਾ ਸੀ ਯਿਸੂ ਸੱਚਮੁੱਚ ਜੀ ਉੱਠਿਆ ਵਾ। ਪ੍ਰਾਈਸ ਲਾਰਡ, ਪ੍ਰਭੂ ਦੇ ਨਾਮ ਦੀ ਸਤੁਤੀ ਹੋ। ਸਾਡਾ ਪ੍ਰਭੂ ਅੱਜ ਤੋਂ 2020 ਸਾਲ ਜੀ ਉੱਠਿਆ, ਅੱਜ ਨਹੀਂ 2020 ਸਾਲ ਪਹਿਲਾਂ ਜੀ ਉੱਠਿਆ ਵਾ। ਉਹਦੀ ਕਬਰ ਅੱਜ ਵੀ ਖਾਲੀ ਆ। ਅੱਜ ਵੀ ਅਸੀਂ ਇਸਰਾਇਲ 'ਚ ਜਾਂਦੇ ਆ, ਅੱਜ ਵੀ ਜਿਸ ਕਬਰ 'ਚ ਪ੍ਰਭੂ ਯਿਸੂ ਨੂੰ ਰੱਖਿਆ ਸੀਗਾ, ਅੱਜ ਵੀ ਯਹੂਦੀ ਲੋਕਾਂ ਨੇ ਕਬਰ ਨੂੰ ਸਜਾ ਕੇ ਰੱਖਿਆ ਹੋਇਆ ਵਾ, ਅਤੇ ਉਸ ਰੀਤ ਨਾਲ ਕਬਰ ਅੱਜ ਹੈਗੀ ਆ। ਉਹਨਾਂ ਨੇ ਉਸ ਰੀਤ ਨਾਲ ਕਬਰ ਨੂੰ ਰੱਖਿਆ ਕਿ ਦੁਨੀਆ ਭਰ ਦੇ ਖੁਦਾਵੰਦ ਦੇ ਲੋਕ, ਵਿਸ਼ਵਾਸੀ ਲੋਕ, ਜਿੱਦਾਂ ਦੇ ਵੀ ਲੋਕ ਆ, ਉਹਦੀ ਕਬਰ ਨੂੰ ਦੇਖਣ ਜਾਂਦੇ। ਤੇ ਪ੍ਰੂਫ ਵਾ ਅੱਜ ਤੱਕ ਵੀ 2000 ਸਾਲ ਹੋ ਗਏ ਆ, ਅੱਜ ਵੀ ਪ੍ਰੂਫ ਵਾ ਕਬਰ ਖਾਲੀ ਆ ਯਿਸੂ ਮਸੀਹ ਦੀ, ਕਿਉਂਕਿ ਯਿਸੂ ਮਸੀਹ ਸੱਚਮੁੱਚ ਜੀ ਉੱਠਿਆ ਵਾ। ਪ੍ਰਾਈਸ ਲਾਰਡ, ਪ੍ਰਭੂ ਦੇ ਨਾਮ ਦੀ ਸਤੁਤੀ ਹੋ, ਪ੍ਰਭੂ ਦੇ ਨਾਮ ਦੀ ਵਡਿਆਈ ਹੋ। ਪ੍ਰਭੂ ਯਿਸੂ ਮਸੀਹ ਜੀ ਉੱਠਿਆ। ਕੁਛ ਮੈਂ ਹੋਰ ਵਚਨ ਨੂੰ ਪੜਾਂਗੇ। ਤੇ ਯਿਸੂ ਮਸੀਹ ਨੇ ਆਖਿਆ ਵਾ, ਜੇ ਅਸੀਂ ਯੂਹੰਨਾ ਦੀ ਅੰਜੀਲ ਪੜ੍ਹਦੇ ਆ, ਮੈਂ ਜੀ ਉੱਠਿਆ ਵਾ, ਮੇਰੇ ਤੇ ਵਿਸ਼ਵਾਸ ਕਰਨ ਵਾਲੇ ਵੀ ਜੀ ਉੱਠਣਗੇ। ਤਾਂ ਯਿਸੂ ਮਸੀਹ ਨੇ ਯੂਹੰਨਾ ਦੀ ਅੰਜੀਲ 14 ਅਧਿਆਇ, ਮੈਂ ਸਵੇਰੇ ਵੀ ਪੜ੍ਹਨ ਡਿਆ ਸੀਗਾ ਕਿ ਮੈਂ ਜਾਨਾ ਤੁਹਾਡੇ ਵਾਸਤੇ, ਤੇ ਤੁਹਾਡੇ ਵਾਸਤੇ ਕੀ ਕਰਦਾ ਵਾਂ? ਜਗ੍ਹਾ ਤਿਆਰ ਕਰਦਾ, ਘਰ ਤਿਆਰ ਕਰਦਾ ਵਾਂ, ਤੇ ਮੈਂ ਫਿਰ ਆਵਾਂਗਾ ਤੇ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ। ਸੁਣਿਓ ਇੱਕ ਵਾਰ ਫਿਰ, ਮੈਂ ਤੁਹਾਡੇ ਵਾਸਤੇ ਕੀ ਕਰ ਰਿਹਾ ਵਾਂ? ਜਗ੍ਹਾ, ਕਮਰੇ ਤਿਆਰ ਕਰ ਰਿਹਾ। ਦੁਨੀਆ ਦੇ ਘਰ ਬਣਾਉਂਦੇ ਆ, ਮਿਹਨਤ ਦੇ ਨਾਲ ਇੱਕ ਸਵਰਗ ਦੇ ਵਿੱਚ ਵੀ ਘਰ ਬਣਦਾ ਵਾ। ਇੱਥੇ ਘਰ ਮਿਲੇ ਨਾ ਮਿਲੇ, ਉੱਥੇ ਹੋਣਾ ਜ਼ਰੂਰੀ ਆ। ਇੱਥੇ 70 ਸਾਲ ਦੇ ਬਾਅਦ, 80 ਸਾਲ ਦੇ ਬਾਅਦ ਢਹਿ ਹੀ ਜਾਣਾ ਵਾ, ਲੇਕਿਨ ਅੱਗੇ ਬਾਂਹ ਫੜਨ ਵਾਲਾ ਕੋਈ ਹੈ ਨਹੀਂਗਾ, ਤਾਂ ਮੁਸ਼ਕਿਲ ਹੋ ਜਾਵੇਗੀ, ਪ੍ਰੋਬਲਮ ਹੋ ਜਾਵੇਗੀ। ਇਹ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਸੋਚਣਾ ਵਾ। ਇਹ ਦੁਨੀਆ ਦੇ ਵਿੱਚ ਅਸੀਂ ਕਿੰਨੇ ਵੀ ਮਿਹਨਤੀ ਘਰ ਬਣਾ ਲਈਏ, ਬੜੀਆ ਘਰ ਬਣਾ ਲਈਏ, ਮਹਿੰਗੇ ਘਰ ਬਣਾ ਲਈਏ, ਕੁਝ ਵੀ ਕਰ ਲਈਏ, ਸੋਨੇ ਦਾ ਘਰ ਵੀ ਬਣਾ ਲਾਂਗੇ, ਸੋਨੇ ਦੇ ਘਰ 'ਚ ਵੀ ਮੌਤ ਆ ਜਾਣੀ ਆ। ਜੇ ਕੁੱਲੀ ਵਾਲਾ ਘਰ ਵਾ, ਕੁੱਲੀ ਦੇ ਘਰ 'ਚ ਵੀ ਮੌਤ ਆ ਜਾਣੀ ਆ। ਅਸੀਂ ਰੋਡ ਤੇ ਪਏ ਆ ਤੇ ਸਾਡੇ ਕੋਲ ਘਰ ਨਹੀਂ ਹੈਗਾ, ਘਰ ਰੋਡ ਤੇ ਵੀ ਮੌਤ ਆ ਜਾਣੀ ਆ। ਮੇਰੇ ਕਹਿਣ ਦਾ ਮਤਲਬ, ਮੈਂ ਪਹਿਲਾਂ ਕਹਿ ਚੁੱਕਿਆ, ਸੋਨੇ ਦਾ ਘਰ ਵਾ, ਹੀਰੇ ਮੋਤੀਆਂ ਦਾ ਘਰ ਵਾ, ਹੀਰੇ ਮੋਤੀਆਂ ਦੇ ਘਰ ਦੇ ਵਿੱਚ ਮੌਤ ਵੀ ਆ ਜਾਣੀ ਆ। ਇਹ ਨਹੀਂ ਉੱਥੇ ਮੌਤ ਰੁਕ ਜਾਣੀ ਆ, ਉੱਥੇ ਵੀ ਮੌਤ ਆ ਜਾਣੀ। ਬੁੱਢੇ ਉਸ ਘਰ ਦੇ ਵਿੱਚ ਰਹਿ ਕੇ ਹੋਣਾ ਵਾ, ਤੇ ਬੁੱਢੇ ਅਸੀਂ ਕੁੱਲੀ ਦੇ ਵਿੱਚ ਵੀ ਰਹਿ ਕੇ ਹੋਣਾ। ਮੌਤ ਨੈਚੁਰਲ ਵਾ, ਮੌਤ ਪੱਕੀ ਆ। ਅਬਰਾਨੀਆਂ ਦੀ ਕਿਤਾਬ 12 ਅਧਿਆਇ 'ਚ ਲਿਖਿਆ ਗਿਆ, ਪਰਮੇਸ਼ਵਰ ਨੇ ਇੱਕ ਵਾਰੀ ਜੰਮਣਾ, ਉਸ ਤੋਂ ਬਾਅਦ 'ਚ ਮਰਨਾ ਪੱਕਾ ਕਰ ਦਿੱਤਾ, ਮੋਹਰ ਲਗਾ ਦਿੱਤੀ ਆ, ਮਨ ਕੇ ਮਰਨਾ ਨਿਯੁਕਤ ਵਾ। ਤੋ ਇਸ ਲਈ ਇਸ ਦੁਨੀਆ 'ਚ ਘਰ ਹੋਵੇ ਨਾ ਹੋਵੇ, ਕੱਚਾ ਵਾ ਪੱਕਾ ਵਾ, ਸਵਰਗੀ ਘਰ ਜ਼ਰੂਰੀ ਇੱਕ ਇਨਸਾਨ ਦੇ ਕੋਲੋਂ ਵਾ। ਅਜੇ ਕੁਝ ਹੋਰ ਗੱਲਾਂ ਨੂੰ ਅੱਗੇ ਅਸੀਂ ਵਧੀਏ ਪੜਾਂਗੇ। ਪੜ੍ਹੇ ਮੇਰੇ ਨਾਲ ਯੂਹੰਨਾ ਦੀ ਅੰਜੀਲ 11 ਅਧਿਆਏ ਉਹਦਾ 25 ਵਚਨ, ਨਵੇਂ ਨਿਯਮ ਦੇ ਵਿੱਚ 11 ਅਧਿਆਏ 25 ਵਚਨ। ਜਿਨ੍ਹਾਂ ਕੋਲ ਬਾਈਬਲ ਆ ਖੋਲਿਓ, ਉਹਨੂੰ ਪੜ੍ਹੇ। ਯਿਸੂ ਨੇ ਉਹਨੂੰ ਕਿਹਾ, ਪ੍ਰਭੂ ਯਿਸੂ ਨੇ ਉਸ ਨੂੰ ਆਖਿਆ, ਕਿਆਮਤ ਅਤੇ ਜੀਵਨ ਮੈਂ ਹਾਂ, ਕਿਆਮਤ ਅਤੇ ਜੀਵਨ ਮੈਂ ਹਾਂ।
ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਜੋ ਕੋਈ ਵੀ ਮੇਰੇ ਉੱਤੇ ਵਿਸ਼ਵਾਸ ਕਰਦਾ ਵਾ ਭਾਵੇਂ ਉਹ ਮਰ ਜਾਏ ਭਾਵੇਂ ਉਹ ਮਰ ਵੀ ਜਾਵੇ ਤਾਂ ਵੀ ਤਾਂ ਜੀਵੇਗਾ ਵੀ ਜੀਵੇਗਾ। ਪ੍ਰਾਈਸ ਲਾਰਡ। ਅੱਗੇ ਵੀ ਅਤੇ ਹਰ ਕੋਈ ਜਿਹੜਾ ਜਿਉਂਦਾ ਹੈ ਜਿਹੜਾ ਜਿਉਂਦਾ ਵਾ। ਔਰ ਮੇਰੇ ਉੱਤੇ ਨਿਹਚਾ ਕਰਦਾ ਇਸ ਹੈ। ਸ਼ਬਦ ਨੂੰ ਧਿਆਨ ਨਾਲ ਸੁਣੀ। ਹੁਣ ਮੈਂ ਉਹ ਚ ਲੈ ਕੇ ਜਾਣਾ ਰੈਪਚਰ ਦੇ ਵਿੱਚ। ਹਰ ਕੋਈ ਜਿਹੜਾ ਜਿਉਂਦਾ ਵਾ ਤੇ ਮੇਰੇ ਤੇ ਵਿਸ਼ਵਾਸ ਕਰਦਾ ਵਾ। ਅੱਗੇ ਵੀ ਸੋ ਸਦੀਪਕ ਕਾਲ ਤੀਕ ਸਦੀਪਕ ਕਾਲ ਤੀਕਰ ਕਦੇ ਨਾ ਮਰੇਗਾ। ਕਦੇ ਨਾ ਮਰੇਗਾ। ਇਸ ਸ਼ਬਦ ਨੂੰ ਚਿੱਤ ਰੱਖਣਾ ਹੁਣ। ਓਕੇ, ਇਸ ਜਗ੍ਹਾ ਤੇ ਇੱਕ ਬੰਦਾ ਵਾ ਜਿਸ ਤਰ੍ਹਾਂ ਲਾਜ਼ਰ ਵਾ, ਮਰ ਗਿਆ ਵਾ। 4 ਦਿਨ ਹੋ ਗਏ ਕਬਰ ਦੇ ਵਿੱਚ ਪਏ ਹੋਏ ਲਾਜ਼ਰ ਨੂੰ। ਪ੍ਰਭੂ ਯੀਸ਼ੂ ਮਸੀਹ ਦੀਆਂ ਉਹ ਮਿੱਤਰ ਸੀਗਾ, ਨਾਲ ਦੋਸਤ ਲਾਜ਼ਰ ਦੀਆਂ ਭੈਣਾਂ ਸੀਗੀਆਂ। ਉਹਨਾਂ ਨੂੰ ਵੀ ਪ੍ਰਭੂ, ਇਹ ਤਿੰਨਾਂ ਜਾਣਿਆਂ ਨੂੰ ਪ੍ਰਭੂ ਪਿਆਰ ਕਰਦਾ ਸੀ, ਕਿਉਂਕਿ ਤਿੰਨੇ ਭੈਣ ਪਰ ਅੱਛੇ ਸੀ। ਮਰ ਗਿਆ, 4 ਦਿਨ ਹੋ ਗਏ ਕਬਰ ਚ ਰੱਖ ਦਿੱਤਾ। ਕੁਝ ਦਿਨਾਂ ਬਾਅਦ ਚ ਪ੍ਰਭੂ ਜੀ ਆਇਆ ਤਾਂ ਭੈਣ ਲਾਜ਼ਰ ਦੀ ਆਖਦੀ, ਪ੍ਰਭੂ ਜੇ ਤੂੰ ਇੱਥੇ 4 ਦਿਨ ਪਹਿਲਾਂ ਆ ਜਾਂਦਾ ਤੇ ਮੇਰੇ ਭਰਾ ਲਾਜ਼ਰ ਨੇ ਮਰਨਾ ਹੈ ਨਹੀਂ ਸੀਗਾ। ਤਾਂ ਯੀਸ਼ੂ ਮਸੀਹ ਨੂੰ ਪ੍ਰਭੂ ਜੀ ਉਸ ਨੂੰ ਆਖਦਾ ਕਿ ਮਰੀਅਮ ਤੇਰਾ ਭਰਾ ਜੀ ਉੱਠੇਗਾ। ਕਹਿੰਦੀ ਹਾਂ ਪੁਨਰਸਥਾਨ ਦੇ ਸਮੇਂ। ਤਾਂ ਪ੍ਰਭੂ ਜੀ ਆਖਦਾ ਮਾਰਥਾ ਨੂੰ, ਕਹਿੰਦਾ ਵਾ ਕਿ यीशु ने उनसे कहा पुनरुत्थान और जीवन मैं ही हूँ, जो कोई मुझ पर विश्वास करता है यदि वो मर भी जाए तो भी वो जिएगा। प्रेज़ लॉर्ड। कितना अच्छा प्रभु दा वचन आ, कितना अच्छा प्रभु दा वायदा वा। वो आखदा जो कोई मेरे ते विश्वास करदा वा, नीचा करदा वा, भावें वो मर जावे तां भी की होवेगा, जीवेगा। मतलब 2 मृत्यु वा। एक बार फिर बोलें, बाइबल तीसरा अध्याय इसे किताब का यूहन्ना दी अंजील, उत्थे एक बुढ़ा प्रभु दे कोल आउंदा वा। बुढ़े नूं प्रभु यीशु मसीह आखदा वा कि जिन्ना चिर तू दोहरे जन्म ना लवे, जल अते आत्मा नाल जन्म ना लवे, उन्ना चिर तू सुरग च नहीं दाखल हो सकदा। वो आखदा बुढ़ा, मैं कल भी शुक्रवार भी बोलन डिया सीगा, तुसीं जाणदे स्टोरी नूं। तो बुढ़ा जिहड़ा आण के आखदा, निकोदेमुस आखदा कि मैं दोहरे मां दी कुखे जाके जन्म लवांगा। यीशु आखदा नहीं, पानी नाल बपतिस्मे दे नाल ते पवित्र आत्मा नाल जन्म लैणा वा। मतलब क्रिश्चियन लोग, यीशु ते फेथ करने वाले लोग, मनुख की मृत्यु 2 वा। एक गल सुने, एक बार फिर बोला, मनुख दी मौतां 2 वा। जिहड़ा प्रभु ते विश्वास करदा ओहदी एक मौत आ, जिहड़ा प्रभु ते विश्वास नहीं करदा ओहदियां 2 मौतां वा। मतलब जिहड़ा 2 वारी जमदा वा वो इक्को वारी मरेगा, ते जिहड़ा इक्को वारी ही जमदा वा वो 2 वारी मरेगा। बाइबल चो प्रूफ करांगे गल्लां नूं मैं। एक बार फिर सुनो, जिहड़ा 2 वारी जमदा वा वो इक्को वारी मरेगा, लेकिन जिहड़ा एक वारी जमदा वा वो 2 मौतां मरेगा, 2 वारी मरेगा। बाइबल दे विचों ही प्रूफ करांगा। सो बाइबल ये जगह आखदी जो मर भी जावे तो मेरे विच वो की होवेगा, जीवेगा, क्योंकि मैं जीवत हां, मैं जूंदा परमेश्वर हां, तुसीं भी की होंगे, जूंदे होंगे। अजे कुछ होर गल्लां नूं अगे वरसी पढ़ीए। प्रकाश की पोथी बाइबल की आखिरी किताब 20 अध्याय 6 वचन। ਧਨ ਅਤੇ ਪਵਿੱਤਰ ਉਹ ਜਿਹੜਾ ਪਹਿਲੀ ਕਿਆਮਤ ਵਿੱਚ ਸ਼ਾਮਲ ਹੈ, ਇਹਨਾਂ ਉੱਤੇ ਦੂਜੀ ਮੌਤ ਦਾ ਕੁਝ ਵਸ ਨਹੀਂ, ਸਗੋਂ ਉਹ ਪਰਮੇਸ਼ਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹਦੇ ਨਾਲ 1000 ਵਰੇ ਰਾਜ ਕਰਨਗੇ। ਪ੍ਰਾਈਜ਼ ਲਾਰਡ। ਪ੍ਰਭੂ ਦੇ ਨਾਮ ਦੀ ਸਤਿਓ। ਇੱਕ ਵਾਰ ਫਿਰ ਪੜ੍ਹੇ ਬਚਨ ਨੂੰ। ਧਨ ਅਤੇ ਪਵਿੱਤਰ ਉਹ ਜਿਹੜਾ ਧਨ ਅਤੇ ਪਵਿੱਤਰ ਉਹ ਜਿਹੜੇ ਪਹਿਲੀ ਕਿਆਮਤ ਵਿੱਚ, ਇੱਥੇ ਲਿਖਿਆ ਗਿਆ ਜਿਹੜੀ ਪਹਿਲੀ ਕਿਆਮਤ ਦੇ ਵਿੱਚ। ਇੱਕ ਵਾਰ ਫਿਰ, धन्य और पवित्र वह है जो इस पहले पुनर्स्थान के भागी होंगे। ਕਹਿੰਦਾ ਧਨ ਤੇ ਮੁਬਾਰਕ ਉਹ ਲੋਕ ਵਾ ਜਿਹੜੇ ਪਹਿਲੇ ਪੁਨਰਸਥਾਨ ਦੇ ਵਿੱਚ। ਮਤਲਬ ਕਿ ਮੈਂ ਤੁਸੀਂ ਯਾਦ ਕਰਿਓ ਸੋ ਬੱਚਨ ਨੂੰ, ਹੁਣ ਮੈਂ ਜਿਹੜਾ 2 ਮਹੀਨੇ ਲਗਾਤਾਰ ਰੈਪਚਰ ਦੇ ਬਾਰੇ ਬੋਲਦਾ ਰਿਹਾ ਵਾਂ, ਰੈਪਚਰ ਦੇ ਬਾਰੇ। ਪ੍ਰਿਓ, ਇਸ ਜੱਗ ਦੇ ਵਿੱਚ ਜੋ ਸਾਨੂੰ ਇਸ ਟਾਈਮ ਤੇ ਹੋਣ ਡਿਆ ਨਾ, ਇਹ ਨਾਮ ਕਰੋਨਾ ਦਾ ਲੱਗਾ ਹੋਇਆ, ਮਹਾਮਾਰੀ ਪਰਮੇਸ਼ਰ ਦੀ। ਮੈਂ ਬੋਲ ਚੁੱਕਿਆ ਪਹਿਲਾਂ, 2 ਹਫ਼ਤੇ ਲਗਾਤਾਰ ਬੋਲਦਾ ਰਿਹਾ। ਮੱਤੀ ਦੀ ਕਿਤਾਬ ਦੇ 24 ਅਧਿਆਇ ਚੋਂ, ਲੂਕਾ ਦੀ ਅੰਜੀਲ 21 ਅਧਿਆਇ ਚੋਂ, ਮਰਕਸ ਦੀ ਕਿਤਾਬ 13 ਅਧਿਆਇ ਦੇ ਵਿੱਚੋਂ। ਇਹ ਮਹਾਮਾਰੀ 24 ਅਧਿਆਇ ਦੇ ਵਿੱਚੋਂ ਵਾ। ਸੋ ਅੱਜ ਮੈਂ ਇੱਕ ਮੈਸੇਜ ਪੜ੍ਹਨ ਡਿਆ ਸੀ, ਕਿਸੇ ਨੇ ਲਿਖਿਆ ਇਹ 666 ਕਹਿੰਦੇ ਲਾਗੂ ਹੋ ਚੁੱਕਿਆ ਵਾ। ਬਹੁਤੇ ਸ਼ਹਿਰਾਂ ਦੇ ਵਿੱਚ 666 ਨੰਬਰ ਲੱਗਣਾ ਸ਼ੁਰੂ ਹੋ ਚੁੱਕਿਆ ਵਾ। ਮੈਂ ਦੇਖਿਆ ਸਵੇਰੇ ਦਾ ਵੀਡੀਓ। तो मेरे कहने का मतलब ये गल दे विच वा जो होना सीगा 24 अध्याय चो सारे काम होण डे ने। बाणी आखदी आ पहले कियामत दे विच दाखल होवें, पहले पुनर्स्थान दे दाखल होवें। पहला पुनर्स्थान किहड़ा वा? रैप्चर नूं याद करें।
ਉਹ ਜੋ ਸਿੱਖਿਆ ਤੁਸੀਂ 2 ਮਹੀਨੇ ਲਗਾਤਾਰ ਚਰਚ 'ਚ ਪਾਈ ਸੀ ਮੇਰੇ ਕੋਲੋਂ, ਬਾਣੀ ਆਖਦੀ ਹੈ, ਪਵਿੱਤਰ ਪਵਿੱਤਰ ਪਰਮੇਸ਼ਰ ਦਾ ਆਖਦਾ ਕਿ ਜੋ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਵਾ, ਯਿਸੂ ਆਖਦਾ ਪੁਨਰਸਥਾਨ ਤੇ ਜੀਵਨ ਆ, ਜੋ ਕਿ ਵਿਸ਼ਵਾਸ ਕਰਦਾ ਮੇਰੇ ਤੇ ਉਹ ਜੀਵੇਗਾ, ਕਦੇ ਨਹੀਂ ਮਰੇਗਾ। ਇਸ ਜਗ੍ਹਾ ਤੇ ਲਿਖਿਆ ਧੰਨ ਉਹ ਇਨਸਾਨ ਜਿਹੜਾ ਪਹਿਲੇ ਭਾਗੀ ਦੇ ਪਹਿਲੇ ਪੁਨਰਸਥਾਨ 'ਚ ਭਾਗੀ ਦਾ। ਮੈਂ ਕਲੀਅਰ ਕਰਾਂਗਾ, ਹੋਰ ਗੱਲ ਇਸ ਨੂੰ ਮੈਂ ਕਲੀਅਰ ਕਰਾਂਗਾ, ਮਾਈਂਡ ਇੱਧਰ ਉੱਧਰ ਦਿਮਾਗ ਇੱਧਰ ਉੱਧਰ ਨਾ ਹੋਵੇ, ਮੈਂ ਕਲੀਅਰ ਕਰਾਂਗਾ। ਦੂਸਰਾ ਥੈਸਲੋਨੀ ਦੀ ਕਿਤਾਬ 2 ਅਧਿਆਏ 6 ਤੋਂ ਲੈ ਕੇ ਅਸੀਂ 12 ਤੱਕ ਪੜਾਂਗੇ। ਮੈਂ ਕਲੀਅਰ ਕਰਾਂਗਾ ਪੂਰੀ, ਜੇ ਤੁਹਾਨੂੰ ਸਮਝ ਲੱਗੇ, ਤੁਸੀਂ ਰੂਹਾਨੀ ਥੋੜੇ ਬਹੁਤੇ ਹੈਗੇ ਆ ਤਾਂ ਇਸ ਸਿੱਖਿਆ ਨੂੰ ਸਮਝ ਲੱਗੇਗੀ। ਦੂਸਰਾ ਥੈਸਲੋਨੀ ਦੀ ਕਿਤਾਬ ਸੰਤ ਪੌਲਸ ਥੈਸਲੋਨੀਕੀਓ 2 ਅਧਿਆਏ 6 ਵਚਨ ਤੋਂ ਲੈ ਕੇ 12 ਤੱਕ। ਹੁਣ ਤੁਸੀਂ ਹੂੰ ਉਹਨੂੰ ਜਾਣਦੇ ਹੋ ਹੂੰ ਜੋ ਡੱਕੀ ਬੈਠਾ ਹੈ, ਜੋ ਡੱਕੀ ਬੈਠਾ ਹੈ, ਪਈ ਉਹ ਆਪਣੇ ਸਮੇਂ ਸਿਰ ਉਹ ਆਪਣੇ ਸਮੇਂ ਸਿਰ ਪ੍ਰਗਟ ਹੋਵੇ। ਹਾਂ, ਆਪਣੇ ਸਮੇਂ ਸਿਰ ਕੀ ਹੋਵੇ, ਪ੍ਰਗਟ ਹੋਵੇ। ਅੱਗੇ ਵੀ ਕੁਧਰਮ ਦੀ ਭੇਤ ਹਾਂ, ਕੁਧਰਮ ਬਦੀ ਦੀ ਭੇਟ ਹੁਣ ਵੀ ਤਾਂ ਅਸਰ ਕਰੀ ਜਾਂਦੀ ਹੈ। ਹੁਣ ਵੀ ਕੰਮ ਕਰਦੀ, ਗੰਦਗੀ, ਪਾਪ, ਨਫ਼ਰਤ, ਵੈਰ, ਵਿਰੋਧ, ਦੁਨੀਆ ਭਰ ਚ ਅਜੇ ਵੀ ਬਦੀਆਂ ਗੁਨਾਹ ਹੈਗੇ ਆ। ਅਜੇ ਵੀ ਕਹਿੰਦਾ ਸੰਤ ਪੌਲਸ ਕਹਿੰਦਾ ਕੰਮ ਹੋਣਦੇ ਨੇ ਅੱਗੇ ਵੀ, ਪਰ ਜਦ ਤਾਈਂ ਪਰੰਤੂ ਜਦ ਤੱਕਰ ਉਹ ਵਿੱਚੋਂ ਹਟ ਨਾ ਜਾਵੇ, ਉਹ ਵਿੱਚੋਂ ਹਟ ਨਾ ਜਾਵੇ। ਇੱਕ ਡੱਕਣ ਵਾਲਾ ਹੈ। ਇੱਕ ਡੱਕਣ ਵਾਲਾ ਹੈਗਾ। ਅੱਜ ਤੱਕ ਅੱਜ ਸਟਾਪ ਕਰੇ ਇਸ ਵਚਨ ਥੋੜਾ। ਇੱਥੇ ਯੀਸ਼ੂ ਮਸੀਹ ਦੇ ਬਾਰੇ, ਸ਼ੈਤਾਨ ਦੇ ਬਾਰੇ ਆ। ਯੀਸ਼ੂ ਮਸੀਹ ਦੇ ਥੋੜਾ ਸਮੇਂ ਲੋਕ ਸ਼ੈਤਾਨ ਨੂੰ ਤੰਗ ਕਰਨ ਤੋਂ ਰੋਕਿਆ ਵਾ, ਲੇਕਿਨ ਐਸਾ ਸਮਾਂ ਆਵੇਗਾ ਕਿ ਪ੍ਰਭੂ ਦਾ ਕਿਰਪਾ ਹਟ ਜਾਵੇਗੀ, ਰੈਪਚਰ ਹੋ ਜਾਵੇਗਾ ਤਾਂ ਨਿਰਾਪਰਾ ਸ਼ੈਤਾਨੀ ਲੋਕ ਰਹਿ ਜਾਣਗੇ, ਦੁਸ਼ਟ ਲੋਕ ਰਹਿ ਜਾਣਗੇ, ਤਾਂ ਪਰਮੇਸ਼ਰ ਦੀ ਕਿਰਪਾ ਜੱਗ ਤੋਂ ਹਟ ਜਾਏਗੀ, ਤਾਂ ਸ਼ੈਤਾਨ ਸ਼ਰੇਆਮ ਸਿੱਧੇ ਹੀ ਕਾਰੇ ਕਰੇਗਾ। ਕੋਈ ਸੰਗ ਸ਼ਰਮ ਨਾ ਹੋਵੇਗੀ, ਜੋ ਸਭ ਬਦੀ 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 ਬੇਹੱਦ ਗੰਦ ਹੋਵੇਗਾ, ਬੇਹੱਦ ਜੋ ਸੰਸਾਰ ਦੇ ਵਿੱਚ ਅਸੀਂ ਸੋਚ ਵੀ ਨਹੀਂ ਸਕਦੇ, ਮੇਰੇ ਮਾਈਂਡ ਦੇ ਵਿੱਚ ਨਹੀਂ ਆਉਂਦਾ ਹੈਗਾ ਕਿੱਦਾਂ ਕਿੱਦਾਂ ਦੀ ਬਦੀ ਜੱਗ 'ਚ ਵੱਧ ਜਾਵੇਗੀ। ਤਾਂ ਪ੍ਰਭੂ ਦਾ ਦਾਸ ਯੀਸ਼ੂ ਮਸੀਹ ਦੇ ਆਪਣੇ ਸੰਤ ਪੌਲਸ ਦੇ ਵਸੀਲੇ ਨਾਲ ਬੋਲਦਾ ਵਾ ਕਿ ਰੋਕ ਰੱਖਿਆ ਪ੍ਰਭੂ ਨੇ ਉਸ ਦੁਸ਼ਟ ਨੂੰ, ਉਸ ਭ੍ਰਸ਼ਟ ਕਰਨ ਵਾਲੀ ਵਸਤੂ ਨੂੰ ਅਜੇ, ਕਿਉਂਕਿ ਪਰਮੇਸ਼ਰ ਦੇ ਲੋਕ ਜੱਗ ਦੇ ਵਿੱਚ ਅਜੇ ਹੈਗੇ ਆ। ਅੱਗੇ ਵਧੇ ਵਚਨ ਨੂੰ। ਤਦ ਉਹ ਕੁਧਰਮੀ ਪ੍ਰਗਟ ਹੋਵੇਗਾ। ਹਾਂ, ਫਿਰ ਉਹ ਕੁਧਰਮੀ ਪ੍ਰਗਟ ਹੋਵੇਗਾ, ਪ੍ਰਭੂ ਸਮਾਂ ਦੇਗਾ ਉਹਨੂੰ, ਜਿਹਨੂੰ ਪ੍ਰਭੂ ਯੀਸ਼ੂ ਆਪਣੇ ਮੁਖ ਦੇ ਸਾਹ ਨਾਲ ਆਪਣੇ ਮੁਖ ਦੇ ਸਾਹ ਦੇ ਨਾਲ ਦਗਦ ਕਰੇਗਾ, ਖਤਮ ਕਰੇਗਾ, ਅਤੇ ਆਪਣੇ ਆਉਣ ਦੇ ਪ੍ਰਕਾਸ਼ ਨਾਲ ਨਾਸ਼ ਕਰੇਗਾ। ਆਪਣੇ ਬੱਦਲਾਂ ਤੇ ਆਉਣ ਦੇ ਨਾਲ ਨਾਸ਼ ਕਰੇਗਾ। ਪ੍ਰਾਈਸ ਲਾਰਡ, ਪ੍ਰਭੂ ਦੇ ਨਾਮ ਦੀ ਸਤੁਤੀ ਹੋ। ਇਹਨੂੰ ਸਮਝਣ ਬਾਅਦ ਥੋੜਾ ਜਿਹਾ ਤੁਸੀਂ ਬਾਈਬਲ ਬਾਅਦ ਘਰ ਜਾ ਕੇ ਸਟੱਡੀ ਕਰੇ। ਪ੍ਰਚਾਰ ਨੇਗਾ, ਸਟੱਡੀ ਆ, ਟੀਚਿੰਗ ਵਾ, ਜੋ ਸਾਡੇ ਅੱਜ ਦੇ ਪਾਦਰੀ ਲੋਕ ਨਹੀਂ ਦਿੰਦੇ ਹੈਗੇ, ਜਿਨ੍ਹਾਂ ਲੋਕਾਂ ਤੋਂ ਕੋਲੋਂ ਵਿਸ਼ਵਾਸੀ ਦੇ ਪਾਦਰੀ ਲੋਕ ਅਣਜਾਣ ਵਾ। ਸੋ ਇਹਨਾਂ ਚੀਜ਼ਾਂ ਦਾ ਕਿ ਵਿਸ਼ਵਾਸੀ ਨੂੰ ਕੰਪਲੀਟ ਪਤਾ ਹੋਣਾ ਚਾਹੀਦਾ, ਤਾਂ ਹੀ ਅਸੀਂ ਤਿਆਰੀ ਕਰ ਸਕਾਂਗੇ, ਤਾਂ ਹੀ ਅਸੀਂ ਤਿਆਰ ਹੋ ਸਕਾਂਗੇ। ਸੋ ਉੱਥੇ ਲਿਖਿਆ ਗਿਆ, ਇੱਕ ਵਾਰ ਫਿਰ ਵਚਨ 6 ਤੋਂ ਪੜ੍ਹੇ ਤੇ ਥੈਸਲੋਨੀ ਕਿਤਾਬ। ਹੁਣ ਤੁਸੀਂ ਉਹਨੂੰ ਜਾਣਦੇ ਹੋ ਜੋ ਡੱਕੀ ਬੈਠਾ ਹੈ, ਡੱਕੀ ਬੈਠਾ ਹੈ, ਪਈ ਉਹ ਆਪਣੇ ਸਮੇਂ ਸਿਰ ਪ੍ਰਗਟ ਹੋਵੇ। ਕੁਧਰਮ ਦੀ ਭੇਤ ਹੁਣ ਵੀ ਤਾਂ ਅਸਰ ਕਰੀ ਜਾਂਦੀ ਹੈ, ਹੁਣ ਵੀ ਤਾਂ ਅਸਰ ਕਰੀ ਜਾਂਦੀ ਆ, ਪਰ ਜਦ ਤਾਈਂ ਉਹ ਵਿੱਚੋਂ ਹਟ ਨਾ ਜਾਵੇ, ਇੱਕ ਡੱਕਣ ਵਾਲਾ ਹੈ। ਇੱਕ ਡੱਕਣ ਵਾਲਾ ਫਿਰ ਆਵੇਗਾ। ਪ੍ਰਭੂ ਦੇ ਨਾਮ ਦੀ ਸਤੁਤੀ। ਇੱਕ ਵਚਨ ਹੋਰ ਪੜਾਂਗੇ, ਪਹਿਲਾ ਕੋਰਿੰਥੀਓ ਦੀ ਕਿਤਾਬ 15 ਅਧਿਆਏ 50 ਵਚਨ ਤੋਂ 50 ਤੋਂ ਲੈ ਕੇ 54 ਤੱਕ। ਪਹਿਲਾ ਕੋਰਿੰਥੀਓ, ਇਹ ਸੁਣ ਕੇ ਤੁਹਾਨੂੰ ਕੰਪਲੀਟ ਸਮਝ ਲੱਗ ਜਾਵੇਗੀ। 15 ਅਧਿਆਏ 50 ਵਚਨ। ਹੁਣ ਹੇ ਭਰਾਵੋ, ਮੈਂ ਇਹ ਆਖਦਾ ਹਾਂ, ਜੋ ਮਾਸ ਅਤੇ ਲਹੂ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਵਿਨਾਸ਼ ਨਾ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ, ਜੋ ਅਸੀਂ ਸਭੇ ਨਹੀਂ ਸੌਵਾਂਗੇ, ਜੋ ਅਸੀਂ ਸਾਰੇ ਦੇ ਸਾਰੇ ਨਹੀਂ ਸੌਵਾਂਗੇ, ਨਹੀਂ ਮਰਾਂਗੇ। ਹਾਂ ਪੜ੍ਹੇ। ਪਰ ਸਭੇ ਸਾਰੇ ਦੇ ਸਾਰੇ ਛਿਨ ਭਰ ਵਿੱਚ, ਛਨ ਭਰ ਦੇ ਵਿੱਚ, ਅੱਖ ਦੀ ਚਮਕ ਵਿੱਚ, ਅੱਖ ਦੀ ਚਮਕ ਦੇ ਵਿੱਚ, ਸ਼ੇਕਰਲੀਆਂ ਤੁਰੀ ਫੂਕਦਿਆਂ, ਪਹਿਲੀ ਤੁਰੀ ਫੂਕੀ, ਸਾਰ ਫੂਕਦਿਆਂ ਸਾਰ, ਤੁਰੀ ਪਹਿਲੀ ਫੂਕਦਿਆਂ ਸਾਰ ਹੀ ਹੋਰ ਦੇ ਹੋਰ ਹੋ ਜਾਵਾਂਗੇ, ਅਸੀਂ ਹੋਰ ਦੇ ਹੋਰ ਹੋ ਜਾਵਾਂਗੇ। ਤੁਰੀ ਫੂਕੀ ਜਾਵੇਗੀ, ਤੁਰੀ ਫੂਕੀ ਜਾਏਗੀ, ਅਤੇ ਮੁਰਦੇ ਅਵਿਨਾਸ਼ੀ ਹੋ ਕੇ, ਮੁਰਦੇ ਅਵਿਨਾਸ਼ੀ ਨਾਸ਼ ਨਹੀਂ ਹੋਣ ਵਾਲੇ, ਅਵਿਨਾਸ਼ੀ ਹੋ ਕੇ ਜੀ ਉੱਠਣਗੇ, ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ। ਅਸੀਂ ਹੋਰ ਦੇ ਹੋਰ ਹੋ ਜਾਵਾਂਗੇ। ਕਿਉਂ ਜੋ ਜ਼ਰੂਰ ਹੈ, ਕਿਉਂ ਜੋ ਜ਼ਰੂਰ ਹੈ ਕਿ ਨਾਸਵਾਨ ਅਵਿਨਾਸ਼ ਨੂੰ, ਨਾਸ਼ਵਾਨ ਮਿੱਟੀ ਦਾ ਸਰੀਰ ਦੇ ਵਿੱਚੋਂ ਅਵਿਨਾਸ਼ੀ ਨੂੰ, ਜਿਹੜੀ ਸਦੀਪਕ ਕਾਲ ਦੀ ਰੂਹ ਆ, ਸਦੀਪਕ ਕਾਲ ਦਾ ਸਰੀਰ, ਉਹ ਮਿਲ ਜਾਵੇ। ਅੱਗੇ ਵੀ
ਅਤੇ ਇਹ ਮਰਨਹਾਰ ਇਹ ਮਰਨਹਾਰਾ ਅਮਰਤਾ ਨੂੰ ਉਦਾਲੇ ਪਾਵੇ। ਅਮਰਤਾ ਨੂੰ ਸਰਦੀ ਪਕਾਲ ਅਮਰਤਾ ਨੂੰ ਪਹਿਨ ਲਵੇ ਸਾਡੀ ਆਤਮਿਕ शरीर। संत पौलुस आखदा है 51 वचन पढ़दा मैं, लेकिन देखो मैं तुमसे भेद की बात कहता हूँ, हम नहीं सोएंगे परंतु, है ना, मसीह दे विच मरिया है नहीं कहंदे, सौंदे कहंदे, सौ गया। यीशु मसीह ने भी लाजर नूं आख्या साडा मित्र सौ गया वा, मरिया होया जगदा वा, है ना, मरे होए ते, लेकिन मसीह दे विच मरदे नहीं गए, वो मरे हुए ने असीं सौ जाने कहते हैं। तो लिखा गया वा कि देखो मैं तुमसे भेद की बात कहता हूँ, हम नहीं सोएंगे परंतु सब बदल जाएंगे और जे क्षण भर में पलक मारते ही अंतिम तुरी फूकते ही होगा, क्योंकि तुरी फूक जाएगी और मुर्दे अविनाशी दिशा में उठाए जाएंगे और हम बदल जाएंगे। प्रेज़ द लॉर्ड। प्रभु की स्तुति होवे, परमेश्वर की महिमा होवे। लिखा गया मैं तुहानूं एक भेत की गल दसदा, गुप्त गल, एक गुप्त गल, भेत की गल दसदा। बहुतिਆਂ ਨੂੰ भेत नहीं पता इन्हां गल्लां दा, बहुतिਆਂ ਨੂੰ ਇਹ भेत नहीं पता गा। संत पौलुस कुरिन्थियों की कलीसिया मैं देखो तुहानूं एक भेद की बात करदा, भेत की गल दसदा वां कि असीं नहीं मरांगे बल्कि बदल जावांगे, पलक झपकदियां सारी अंतिम तुरी फूकी जावेगी, असीं होर दे होर हो जावांगे अते असीं मुर्दियां तों पहले फल होवांगे। प्रभु के नाम की स्तुति होवे, परमेश्वर के नाम की महिमा होवे। प्रभु असीं सो नहीं असीं सोवांगे, नहीं असीं मरांगे ना। बाणी आखदी यीशु मसीह दा एक रैप्चर होवेगा। मैं तुहानूं कई बार चर्च दे विच प्रभु दे संत पहला भी कई बार आए आ। मेरा दोस्त पास्टर राहुल भी आया, उसने फिल्म दिखाई सी तुहानूं रैप्चर बारे। मैं भी तुहानूं लैपटॉप ते कई बार फिल्म दिखा चुकिया रैप्चर बारे। ये सब तुहाडी तैयारी करन वास्ते सीगा कि जो पहला प्रभु दे होना वा, क्योंकि यीशु मसीह ने आख्या 24 अध्याय 25 वचन कि मैं तुहानूं पहला ही दस चुकिया होना मैं गल्लां, ते जो मैनूं प्रभु ने मैं तुहानूं दस्सण वास्ते कहा मैं तुहानूं पूरी तरह दसदा रहा वां। हुण तुसीं चीज़ नूं लैणे नहीं लैणे तुहाडे अपने हत्थ दे विच आ, लेकिन तो सानूं ये चीज़ां रखणियां चाहीदियां वां, तां ही असीं बच पावांगे, तां ही असीं छुटकारा पावांगे। क्योंकि जो इत्थों बाद च होना वो बुरा वा। आ ते हुण ते चलो खुदा दा धन्नवाद आ, रोटी मिलण डई आ। इस महामारी के समय दे विच किसी ना किसी वसीले नाल रोटी मिलण डई, ढिड भर के सौंदे आ, किसी दानियां दे नाल, किसी ना किसी वसीले दे नाल साडे घर भुखे नहीं सौंदे। लेकिन इस तो बाद एक परमेश्वर दे जदों लोग उठाए जाणगे, एक महाकलेश आएगा। प्रकाश की पोथी च लिखिया महाकलेश, एक कलेश वो महाकलेश होवेगा। महाकलेश दे विच कुछ वारी दया रहमत नहीं होएगी, पता नहीं किदां किदां दे जुल्म होणगे इंसान उत्ते, किदां किदां। हुणे असीं पढ़ चुके 1000 साल उत्ते राज करनगे। इन्ना ज़्यादा मैं डीपली नहीं जावांगा, मुश्किल होवेगा मैनूं भी, क्योंकि टीचिंग चर्च बैठे हो तो कोई प्रॉब्लम नहीं गी, क्योंकि सवाल जवाब पूछ सकते हैं। तो बाणी आखदी आ रैप्चर दे विच दाखल होना जरूरी है। मैं तो गांह भी बोलांगा, होर तुहानूं प्रूफ देवांगा बाइबल दे विचों। पढ़े मेरे नाल मत्ती दी किताब 24 अध्याय 40 वचन। तदों जो दो जने तदों दो जाने खेत विच होणगे, खेत दे विच होणगे, एक लै लिया जावेगा, खेत दे विचों एक लै लिया जावेगा अते एक छड्डिया जावेगा, एक छड्डिया जावेगा। दो तीवियां चक्की पींदियां होणगियां, दो तीवियां चक्की पींदियां होणगियां, एक लै लई जावेगी, एक लै लई जावेगी अते एक छड्डी जावेगी। एक छड्डी जावेगी। सो जागदे रहो, सो आत्मिक जिंदगी च जागदे रहो, क्योंकि तुसी नहीं जानदे, तुसी नहीं जानदे जो तुहाडा प्रभु तुहाडा प्रभु किहड़े दिन आउंदा है। किहड़े दिन बदलां ते आ जावेगा। पर ए जानो कि पर ये जानो पई जे घर दे मालिक नूं खबर हुंदी घर दे मालिक नूं खबर हुंदी है पई चोर किस पहर आवेगा। बस करी, बाकी सब ने पहला सुनिया होया वचन। इस जगह ते प्रभु यीशु मसीह ने असीं जो पिछले पढ़िया हो चुकिया उस तो बाद गल करदा, कहंदा वा कि खेत दे विच दो पुरुष काम करदे होणगे, एक विश्वासी एक अविश्वासी। ये दो पुरुष किते भी दो जाने, एक विश्वासी ते एक अविश्वासी, खेत दे विच, मंडी दे विच, विदेश दे विच, परदेश विच, घर दे विच, किते भी ला लवे, दो जाने जेड़े एक विश्वासी ते एक अविश्वासी।
ਦੋ ਜਣੇ ਕੰਮ ਕਰਦੇ ਹੋਣਗੇ, ਇੱਕ ਲੈ ਲਿਆ ਜਾਵੇਗਾ, ਦੂਸਰਾ ਛੱਡ ਦਿੱਤਾ ਜਾਵੇਗਾ। ਵੀ ਔਰਤਾਂ ਵਿੱਚੋਂ ਵੀ ਆਖਿਆ ਕਿ ਔਰਤਾਂ ਦੋ ਜਣੀਆਂ ਚੱਕੀ ਪੀਂਦੀਆਂ ਹੋਣਗੀਆਂ ਤਾਂ ਇੱਕ ਔਰਤ ਛੱਡ ਦਿੱਤੀ ਜਾਵੇਗੀ, ਜਿਹੜੀ ਅਵਿਸ਼ਵਾਸੀ ਆ ਤਾਂ ਵਿਸ਼ਵਾਸੀ ਲੈ ਲਿੱਤੀ ਜਾਵੇਗੀ, ਬਦਲਾਂ ਤੇ ਉਠਾਈ ਜਾਵੇਗੀ। ਤਾਂ ਪਵਿੱਤਰ ਬਾਈਬਲ ਇਹ ਗੱਲ ਆਖਦੀ ਆ, ਇਹ ਯੀਸ਼ੂ ਮਸੀਹ ਆਪਣੇ ਮੂੰਹੋਂ ਕਹਿ ਰਿਹਾ ਵਾ, ਮੈਂ ਨਹੀਂ ਕਹਿ ਰਿਹਾ, ਨਾ ਮੇਰਾ ਸਿਰਫ ਬੋਲ ਹੀ ਲੰਡੇ ਮਨੁੱਖ ਪ੍ਰਭੂ ਦੀ ਪਵਿੱਤਰ ਆਤਮਾ ਕਹਿ ਰਹੀ, ਗਿਆਨ ਮੇਰਾ ਕਹਿ ਰਿਹਾ, ਲੇਕਿਨ ਪਵਿੱਤਰ ਵਚਨ ਦੇ ਵਿੱਚੋਂ ਯੀਸ਼ੂ ਮਸੀਹ ਨੇ ਆਪਣੇ ਪਵਿੱਤਰ ਬੁੱਲਾਂ ਦੇ ਨਾਲ, ਪਵਿੱਤਰ ਆਵਾਜ਼ ਦੇ ਨਾਲ, ਪਵਿੱਤਰ ਸ਼ਬਦਾਂ ਦੇ ਨਾਲ ਸਾਨੂੰ ਸਿਖਾਇਆ ਹੋਇਆ ਵਾ। ਉਹੀ ਕਹਿ ਰਿਹਾ ਵਾ ਕਿ ਇੱਕ ਲੈ ਲਿੱਤਾ ਜਾਵੇ, ਇੱਕ ਛੱਡ ਦਿੱਤਾ ਜਾਵੇ। ਛੱਡ ਦਿੱਤਾ ਜਾਵੇ ਕੀ ਕਾਰਨ ਛੱਡ ਦੇਣਾ? ਜਦੋਂ ਉਸਨੇ ਬੱਦਲਾਂ ਤੇ ਆ ਜਾਣਾ ਫੇਰ ਕਾਰਨ ਛੱਡ ਦੇਣਾ? ਸੋਚ ਕੇ ਦੇਖੇ, ਜਦੋਂ ਉਹਨੇ ਬੱਦਲਾਂ ਦੇ ਉੱਪਰ ਆਉਣਾ ਵਾ ਫੇਰ ਕਾਰਨ ਛੱਡਣਾ ਉਹਨੇ? ਫਿਰ ਸਾਰੇ ਸੰਸਾਰ ਦਾ ਨਾਸ਼ ਕਰਨਾ ਚਾਹੀਦਾ ਉਹਨੂੰ। ਤਾਂ ਥੋੜਾ ਜਿਹਾ ਧਿਆਨ ਦੇਣ ਮਤ ਕਹਿ ਰਿਹਾ, ਜਦੋਂ ਉਹਨੇ ਬਾਈਬਲ ਆਖਦੀ, ਥੋੜਾ ਸੋਚੇ, ਬਹੁਤਿਆਂ ਨੀ ਚੀਜ਼ਾਂ ਨਹੀਂ ਗੌਰ ਮਾਰਦੇ। ਯੀਸ਼ੂ ਮਸੀਹ ਨੇ ਬਾਈਬਲ ਆਖਦੀ ਆ, ਸੁਣਿਆ ਵੀ ਹੋਏਗਾ ਤੁਸੀਂ ਕ੍ਰਿਸਚਨ ਲੋਕ ਆ, ਕਿ ਯੀਸ਼ੂ ਮਸੀਹ ਜਦੋਂ ਬੱਦਲਾਂ ਤੇ ਆਵੇਗਾ ਨਾ, ਹਰ ਇੱਕ ਅੱਖ ਉਹਨੂੰ ਦੇਖੇਗੀ। ਜਦੋਂ ਪ੍ਰਭੂ ਯਿਸੂ ਮਸੀਹ ਬੱਦਲਾਂ ਤੇ ਆਵੇਗਾ ਹਰ ਇੱਕ ਅੱਖ ਉਹਨੂੰ ਦੇਖੇਗੀ। ਲੇਕਿਨ ਦੂਜੀ ਜਗ੍ਹਾ ਤੇ ਇਹ ਗੱਲ ਕਹਿ ਰਿਹਾ, ਚੋਰ ਦੇ ਵਾਂਗਰ ਆਵੇਗਾ। ਜਦ ਹਰ ਇੱਕ ਅੱਖ ਦੇਖੇ ਫਿਰ ਚੋਰ ਵਾਂਗ ਕਿਉਂ ਦੇਖਣਗੇ? ਫਿਰ ਇਸੇ ਗੱਲ ਉਸੇ ਕਿਤਾਬ 'ਚ ਮੈਂ ਪੜ੍ਹ ਗਾਂ ਲਿਖਿਆ ਕਿ ਉਹ ਚੋਰ ਦੇ ਵਾਂਗਰ ਆਵੇ। ਹੁਣੇ ਪੜ੍ਹੇ ਵੀ ਹੈਗਾ ਵਾ ਕਿ ਜਦ ਘਰ ਅੱਗੇ ਅਸੀਂ ਪੂਰੀ ਦਾ ਕਲੀਅਰ ਨਹੀਂ ਕੀਤਾ ਯਿਸੂ ਮਸੀਹ ਨੇ, ਕਿ ਜਦ ਅਸੀਂ ਉਹਨੇ ਬੱਦਲਾਂ ਤੇ ਹੁਣ ਹਰ ਇੱਕ ਪ੍ਰਕਾਰ ਦੀ ਪੋਥੀ ਲਿਖਿਆ, ਬਹੁਤੇ ਲੋਕਾਂ ਨੇ ਛਾਤੀ ਪਿੱਟਣੀ ਆ, ਹੇ ਪ੍ਰਭੂ ਅਸੀਂ ਕਿਉਂ ਤੋਬਾ ਨਹੀਂ ਕੀਤੀ, ਅਸੀਂ ਕਿਉਂ ਯੀਸ਼ੂ ਮਸੀਹ ਤੁਹਾਨੂੰ ਸਵੀਕਾਰ ਨਹੀਂ ਕੀਤਾ, ਅਸੀਂ ਤਾਂ ਆਪਣੇ ਘਮੰਡ ਦੇ ਵਿੱਚ, ਆਪਣੇ ਮਜ਼ਮਾਂ ਕੁਮਾਂ ਦੇ ਵਿੱਚ ਕਰਦੇ ਰਹੇ, ਜੇ ਕਰਦੇ ਰਹੇ ਹਾਂ ਪ੍ਰਭੂ। ਛਾਤੀ ਪਿੱਟਣੀ, ਮੈਂ ਪਿਛਲੇ ਐਤਵਾਰ ਪੜ੍ਹਿਆ ਸੀ ਪ੍ਰਕਾਸ਼ ਦੀ ਪੋਥੀ ਚੋਂ ਕਿ ਉਸ ਟਾਈਮ ਤੇ ਲੋਕਾਂ ਨੇ ਛਾਤੀ ਪਿੱਟਣੀ ਆ। ਇੱਕ ਜਗ੍ਹਾ ਤੇ ਪ੍ਰਭੂ ਕਹਿ ਰਿਹਾ ਚੋਰ ਦੇ ਵਾਂਗ, ਦੂਜੀ ਜਗ੍ਹਾ ਤੇ ਕਹਿ ਰਿਹਾ ਹਰ ਇੱਕ ਅੱਖ ਦੇਖੇਗੀ। ਤਾਂ ਬਾਈਬਲ ਆਖਦੀ ਇੱਕ ਲੈ ਲਿੱਤਾ ਜਾਵੇਗਾ, ਦੂਜਾ ਛੱਡ ਦਿੱਤਾ ਜਾਵੇਗਾ। ਮਤਲਬ ਵਿਸ਼ਵਾਸੀ ਖੁਦਾ ਦੇ ਹਜ਼ੂਰੀ 'ਚ ਰੈਪਚਰ ਤੇ ਬਾਕੀ ਦੁਨਿਆਵੀ ਮਹਾ ਕਲੇਸ਼ ਵਾਸਤੇ ਜੋ ਰਹਿ ਚੁੱਕੇ ਜ਼ੁਲਮ ਤੇ ਹੋਣ ਵਾਲੇ ਕਰਨ ਵਾਲੇ ਉਹ ਭੁਗਤਣਗੇ। ਇਸ ਲਈ ਆਹ ਜ਼ੁਲਮ ਤੇ ਬਰਦਾਸ਼ਤ ਵਿੱਚ ਵਾਲਾ ਹੈਗਾ ਵਾ, ਇੱਕ ਇਨਸਾਨ ਨਹੀਂ ਕਰ ਰਿਹਾ, ਮਨੁੱਖ ਨਹੀਂ ਕਰਨ ਰਿਹਾ, ਧਰਤੀ ਅਤੇ ਆਕਾਸ਼ ਦਾ ਬਣਾਉਣ ਵਾਲਾ ਸਿਰਜਣਹਾਰਾ ਪ੍ਰਭੂ ਯਿਸੂ ਮਸੀਹ ਦੇ ਵਾਕ ਨੇ। ਯਸ਼ਾਇਆ ਦੀ ਕਿਤਾਬ 58 ਦੇ ਵਿੱਚ ਲਿਖਿਆ ਗਿਆ ਵਾ 13 ਵਚਨ ਦੇ ਵਿੱਚ, ਚੰਗਾ ਕਰਨ ਵਾਲਾ ਮੈਂ ਵਾਂ, ਮਾੜਾ ਕਰਨ ਵਾਲਾ ਮੈਂ ਵਾਂ, ਸ਼ਾਂਤੀ ਦਾ ਰਚੇਤਾ ਮੈਂ ਵਾਂ ਤੇ ਵਿਪਤੀਆਂ ਦਾ ਦੁੱਖਾਂ ਦਾ ਰਚੇਤਾ ਮੈਂ ਵਾਂ। ਸਭ ਕੁਝ ਜੱਗ ਜੋ ਹੁੰਦਾ ਮੇਰੇ ਦੁਆਰਾ, ਕਿਉਂਕਿ ਮਾਲਿਕ ਜੇ ਅਸੀਂ ਆਪਣੇ ਘਰ ਦੇ ਮਾਲਿਕ, ਸਾਡੇ ਘਰ 'ਚ ਹੱਕ ਹੁੰਦਾ। ਯੀਸ਼ੂ ਮਸੀਹ ਮਾਲਿਕ ਆ ਦੁਨੀਆ ਦਾ, ਆਕਾਸ਼ ਧਰਤੀ ਦਾ। ਤਾਂ ਬਾਈਬਲ ਇਹ ਗੱਲ ਆਖਦੀ ਇੱਕ ਲੈ ਲਿੱਤਾ ਜਾਵੇਗਾ, ਛੱਡ ਦਿੱਤਾ ਜਾਵੇਗਾ। ਰੈਪਚਰ ਦੇ ਵਿੱਚ ਦਾਖਲ ਹੋਣਾ ਜ਼ਰੂਰੀ ਹੈ। ਮੈਂ ਸਿਰਫ ਰੈਪਚਰ ਦੀਆਂ ਪੁਆਇੰਟ ਉੱਤੋਂ ਤੋਂ ਪੁਆਇੰਟ ਬੋਲਣ ਡਿਆ ਰੈਪਚਰ ਬਾਰੇ। ਰੈਪਚਰ ਮੈਨੂੰ ਪਤਾ ਤੁਹਾਨੂੰ ਨਹੀਂ ਪਤਾ ਹੈਗਾ ਕਿਉਂਕਿ ਕਿਸੇ ਨੇ ਸਿਖਾਇਆ ਜੀ ਹੈ ਨਹੀਂ ਰੈਪਚਰ ਦੇ ਬਾਰੇ, ਲੇਕਿਨ ਇਹ ਸਿੱਖੋਗੇ ਹੁਣ ਤੁਸੀਂ ਧਿਆਨ ਦਿਓ ਗੱਲਾਂ ਨੂੰ, ਕਿਉਂਕਿ ਇਹ ਗੱਲਾਂ ਦੇ ਤੁਹਾਨੂੰ ਧਿਆਨ ਦੇਣਾ ਜ਼ਰੂਰੀ ਹੋਣਾ। ਇੱਕ ਵਚਨ ਪੜ੍ਹੀਏ ਪ੍ਰਕਾਸ਼ ਦੀ ਪੋਥੀ 21 ਅਧਿਆਏ ਉਹਦਾ 8 ਵਚਨ। ਡਰਾਕਲਾਂ ਪਰ ਡਰਾਕਲਾਂ ਬੇਪਰਤੀਤਿਆਂ ਕਿਨਾਉਣਿਆਂ ਖੂਨੀ ਹਰਾਮਕਾਰੀ ਜਾਦੂਗਰਾਂ ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਰਹਿੰਦੀ ਆ। ਇਹ ਦੂਜੀ ਮੌਤ ਹੈ, ਇਹ ਦੂਸਰੀ ਮੌਤ ਆ। ਮੈਂ ਸ਼ੁਰੂਆਤ ਕਿੱਥੋਂ ਕੀਤੀ ਸੀਗੀ ਕਿ ਜਿਹੜਾ ਇਨਸਾਨ 2 ਵਾਰੀ ਜੰਮਦਾ ਵਾ ਉਹ ਇੱਕੋ ਵਾਰੀ ਹੀ ਮਰੇਗਾ, ਲੇਕਿਨ ਜਿਹੜਾ ਇੱਕ ਵਾਰੀ ਜੰਮਦਾ ਵਾ ਉਹ 2 ਵਾਰੀ ਮਰੇਗਾ। ਇਹ ਤੇ ਦੂਸਰੀ ਮ੍ਰਿਤੂ ਆ ਚੁੱਕੀ ਆ। ਯੀਸ਼ੂ ਮਸੀਹ ਦਾ ਵਚਨ ਕਹਿ ਰਿਹਾ, ਪਾਦਰੀ ਸਾਹਿਬ ਨੇ ਕਹਿ ਰਿਹਾ, ਪਰਮੇਸ਼ਰ ਕਹਿ ਰਿਹਾ ਵਾ, ਉਹਨੇ ਆਪ ਕਿਹਾ ਵਾ। ਯੂਹੰਨਾ ਦੁਆਰਾ ਦਰਸ਼ਨ ਹੋਇਆ ਯੂਹੰਨਾ ਨੂੰ, ਅਸੀਂ ਜਾਣਦੇ ਇਹ ਚੀਜ਼ ਨੂੰ ਕਿਉਂਕਿ ਅਸੀਂ ਕ੍ਰਿਸਚਨ ਲੋਕ ਹਾਂ। ਬਾਈਬਲ ਆਖਦੀ ਆ, ਇੱਕ ਵਾਰ ਫਿਰ ਪੜ੍ਹੇ ਬੱਚੇ ਨੂੰ 8 ਨੂੰ, ਪਰ ਡਰਾਕਲਾਂ ਜਿਹੜੇ ਡਰਪੋਕ ਲੋਕ ਮਸੀਹ ਦੇ ਵਿੱਚ ਆ ਵਿਸ਼ਵਾਸੀ ਲੋਕ ਵੀ ਜਿਹੜੇ ਵਿਸ਼ਵਾਸੀ ਨਹੀਂ ਪ੍ਰਭੂ ਦੇ ਵਿੱਚ, ਪਰਮੇਸ਼ਰ ਹੈ ਦੇ ਪ੍ਰਭੂ 'ਚ, ਲੇਕਿਨ ਕੰਮ ਉਹਨਾਂ ਦੇ ਆ। ਬਾਈਬਲ ਆਖਦੇ ਨਾ ਤੀਤੂਸ ਦੀ ਕਿਤਾਬ 'ਚ ਲਿਖਿਆ ਉਹ ਕੰਮਾਂ ਤੋਂ ਨਾ ਕਰਦੇ ਆ ਕਿ ਅਸੀਂ ਮਸੀਹ ਦੇ ਆ, ਕਰਤੂਤਾਂ ਤੋਂ ਨਾ ਕਰਦੇ ਆ, ਕਾਰਿਆਂ ਤੋਂ ਨਾ ਕਰਦੇ ਆ, ਗੰਦੇ ਕੰਮਾਂ ਤੋਂ, ਮਤਲਬ ਕਿ ਹੈ ਚਰਚ ਜਾਣ ਵਾਲੇ ਲੇਕਿਨ ਜ਼ਿੰਦਗੀ ਗੰਦੀ ਉਹਨਾਂ ਦੀ, ਕੰਮਾਂ ਤੋਂ ਮਨਾ ਕਰਦੇ ਆ ਵਿਸ਼ਵਾਸੀ। ਇੱਕ ਵਾਰ ਫਿਰ ਸ਼ੁਰੂ ਤੋਂ ਪੜ੍ਹੇ, ਪਰ ਡਰਾਕਲਾਂ ਬੇਪਰਤੀਤਿਆਂ ਅਵਿਸ਼ਵਾਸੀ ਕਿਨਾਉਣੇ
ਖੂਨੀਆਂ ਖੂਨੀ, ਹਰਾਮ ਕਾਰਾਂ ਹਾਂ ਬੇਵਿਚਾਰੀ, ਜਾਦੂਗਰਾਂ ਟੂਣਾ ਕਰਨ ਵਾਲੇ, ਮੂਰਤੀ ਪੂਜਕਾਂ ਪੂਜਕ, ਅਤੇ ਸਾਰਿਆਂ ਝੂਠਾਂ ਝੂਠ ਬੋਲਣ ਵਾਲੇ ਵੀ, ਝੂਠ ਬੋਲਣ ਵਾਲੇ ਵੀ, ਹਾਂ ਦਾ ਹਿੱਸਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਉਸ ਨਰਕ ਦੀ ਝੀਲ ਵਿੱਚ ਹੋਵੇਗਾ, ਜਿਹੜੀ ਅੱਗ ਅਤੇ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ। ਗੰਧਕ ਦੇ ਨਾਲ ਬਲਦੀ ਰਹਿੰਦੀ। ਇਹ ਦੂਜੀ ਮੌਤ ਹੈ। ਇਹ ਦੂਸਰੀ ਮ੍ਰਿਤਿੂ ਵਾ। 20 ਅਧਿਆਏ 12 ਤੋਂ ਲੈ ਕੇ ਆਖਰੀ ਵਚਨ ਪੜਾਂਗੇ, 20 ਅਧਿਆਏ 12 ਤੋਂ 15 ਤੱਕ ਪ੍ਰਕਾਸ਼ ਦੀ ਪੋਥੀ। ਅਤੇ ਮੈਂ ਮੁਰਦਿਆਂ ਨੂੰ, ਸੁਣੇ ਗੱਲ ਨੂੰ ਹੁਣ ਧਿਆਨ ਨਾਲ, ਇਹ ਰੈਪਚਰ ਤੋਂ ਜਦੋਂ ਕੰਪਲੀਟ ਪ੍ਰਭੂ ਨੇ ਨਾਸ਼ ਕਰਨਾ ਸੰਸਾਰ ਦਾ, ਮੈਂ ਮੁਰਦਿਆਂ ਨੂੰ ਕੀ ਵੱਡੇ ਹੂੰ ਕੀ ਛੋਟੇ ਹੂੰ। ਸਿੰਘਾਸਨ ਦੇ ਅੱਗੇ ਖਲੋਤਿਆਂ ਵੇਖਿਆ ਹੂੰ ਅਤੇ ਪੋਥੀਆਂ ਖੋਲੀਆਂ ਗਈਆਂ ਪੋਥੀਆਂ ਖੋਲੀਆਂ ਗਈਆਂ, ਅਤੇ ਇੱਕ ਹੋਰ ਪੋਥੀ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਜਿਹੜੀ ਜੀਵਨ ਦੀ ਪੋਥੀ ਆ, ਖੋਲੀ ਗਈ ਹੂੰ ਅਤੇ ਮੁਰਦਿਆਂ ਦਾ ਨਿਉ ਹੂੰ ਪੋਥੀਆਂ ਵਿੱਚ ਲਿਖਿਆ ਹੋਇਆ ਹੂੰ ਗੱਲਾਂ ਤੋਂ ਹੂੰ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ ਕਰਨੀਆਂ ਤੇ ਧਰਨੀਆਂ ਦੇ ਅਨੁਸਾਰ ਕੀਤਾ ਗਿਆ। ਅਤੇ ਸਮੁੰਦਰ ਨੇ ਸਮੁੰਦਰ ਨੇ ਉਹ ਮੁਰਦੇ ਹੂੰ ਜਿਹੜੇ ਉਹਦੇ ਵਿੱਚ ਸਨ ਮੋੜ ਦਿੱਤੇ। ਮੁਰਦੇ ਸਮੁੰਦਰ ਨੇ ਮੁਰਦੇ ਮੋੜਤੇ, ਕਿਉਂਕਿ ਸਾਡੇ ਦੁਨੀਆ ਦੇ ਵਿੱਚ ਕੋਈ ਰੋੜਦੇ ਆ, ਕੋਈ ਦਫਨਾਉਂਦੇ ਤੇ ਕੋਈ ਸਾੜਦੇ ਆ ਅੱਗੇ ਵੀ। ਅਤੇ ਕਾਲ ਹੂੰ ਅਤੇ ਪਤਾਲ ਨੇ ਹੂੰ ਉਹ ਮੁਰਦੇ ਹੂੰ ਜਿਹੜੇ ਉਹਨਾਂ ਵਿੱਚ ਸਨ ਹੂੰ ਮੋੜ ਦਿੱਤੇ ਹੂੰ ਅਤੇ ਹਰੇਕ ਦਾ ਨਿਉ ਹੂੰ ਉਹਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ। ਹੂੰ ਤੇ ਤਾਂ ਅੰਤ ਅਤੇ ਹੂੰ ਤਾਂ ਕਾਲ ਅਤੇ ਪਤਾਲ ਹੂੰ ਅੱਗ ਦੀ ਝੀਲ ਵਿੱਚ ਸੁੱਟੇ ਗਏ। ਹੂੰ ਇਹ ਦੂਜੀ ਮੌਤ ਹੈ, ਹੂੰ ਅਰਥਾਤ ਅੱਗ ਦੀ ਝੀਲ। ਹੂੰ ਅਤੇ ਜੇ ਕੋਈ ਜੀਵਨ ਦੀ ਪੋਥੀ ਵਿੱਚ ਹੂੰ ਲਿਖਿਆ ਹੋਇਆ ਨਾ ਲੱਭਾ ਹੂੰ ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ। ਸੁੱਟਿਆ ਜਾਵੇਗਾ। ਜਿਸ ਦਾ ਨਾਮ ਜੀਵਨ ਦੀ ਪੋਥੀ ਦੇ ਵਿੱਚ, ਜੀਵਨ ਦੀ ਪੁਸਤਕ ਦੇ ਨਾਮ ਨਾ ਮਿਲਿਆ ਤਾਂ ਅੱਗ ਦੀ ਝੀਲ ਚ। ਤੇ ਦੋ ਪੁਸਤਕਾਂ ਵਾ, ਇੱਕ ਜੋ ਅਸੀਂ ਕਰਦੇ ਧਰਦੇ ਆ, ਦੂਸਰਾ ਜੀਵਨ ਦੀ, ਇੱਕ ਜੋ ਅਸੀਂ ਪ੍ਰਤੀ ਦਿਨ ਕਰਦੇ ਆ, ਹਨਾ ਅਸੀਂ ਕਾਰੇ ਕਰਦੇ ਆ। ਸੰਤ ਪੌਲਸ ਵੀ ਗੱਲ ਨੂੰ ਕੁਰਿੰਥੀਆਂ ਦੀ ਕਿਤਾਬ ਚ ਆਖਦਾ ਨਾ ਵਾ, ਕਹਿੰਦਾ ਵਾ ਕਿ ਜੋ ਅਸੀਂ ਦੇਹ ਦੇ ਵਿੱਚ ਰਹਿ ਕੇ ਕੰਮ ਕੀਤੇ ਆ, ਹਰ ਇੱਕ ਦਾ ਅਸੀਂ ਪ੍ਰਭੂ ਨੂੰ ਲੇਖਾ ਦੇਵਾਂਗੇ। ਜਿੱਦਾਂ ਸਕੂਲ ਦੇ ਵਿੱਚ ਰਹਿੰਦਾ ਬੱਚਾ ਦੁਪਹਿਰ ਨੂੰ ਸ਼ਾਮ ਨੂੰ ਆਣ ਕੇ ਆਪਣੇ ਮਾਤਾ ਪਿਤਾ ਨੂੰ ਹਿਸਾਬ ਦਿੰਦਾ ਵਾ, ਪਰਮੇਸ਼ਰ ਨੇ 70-80 ਸਾਲ ਵਾਸਤੇ ਪਰਦੇਸੀ ਕਰਕੇ ਜੱਗ 'ਚ ਭੇਜਿਆ, ਹਿਸਾਬ ਦੇਣਾ ਉਸ ਨੂੰ। ਤਾਂ ਲਿਖਿਆ ਗਿਆ ਪਹਿਲਾ ਦੂਸਰਾ ਕਰੰਥੀਓ 5 ਅਧਿਆਇ 10 ਵਚਨ ਦੇ ਵਿੱਚ ਕੀ ਲਿਖਿਆ, ਹਰ ਇੱਕ ਦਾ ਲੇਖਾ ਪਰਮੇਸ਼ਰ ਦੇ ਸਿੰਘਾਸਨ ਦੇ ਸਾਹਮਣੇ ਖੋਲਿਆ ਜਾਵੇਗਾ ਅਤੇ ਆਪਣੇ ਦੇਹ ਦਾ ਅਸੀਂ ਲੇਖਾ ਦੇਵਾਂਗੇ, ਜੋ ਬੁਰੇ ਤੇ ਭਲੇ ਅਸੀਂ ਸਰੀਰ 'ਚ ਰਹਿ ਕੇ ਕੀਤੇ ਆ। ਸੋ ਪ੍ਰਭੂ ਦੇ ਵਿੱਚ ਸਾਨੂੰ ਆਪਣੇ ਜੀਵਨ ਦੇ ਬਾਰੇ ਹਿਸਾਬ ਕਰਨ ਦੀ ਲੋੜ ਆ। ਪਵਿੱਤਰ ਵਚਨ ਇਹ ਗੱਲ ਆਖਦਾ ਵਾ ਕਿ ਇਹ ਦੂਸਰੀ ਮ੍ਰਿਤਿੂ ਵਾ। ਜਾਂ ਸੰਸਾਰਿਕ ਲੋਕਾਂ ਵਾਸਤੇ ਗੱਲਾਂ ਮੰਨਣੀਆਂ ਔਖੀਆਂ ਵਾ, ਰੈਪਚਰ ਕੀ ਹੁੰਦਾ ਵਾ, ਫਲਾਣ ਢਮਕਾਣਾ, ਜੋ ਬੋਲਿਆ ਮੇਰੀਆਂ ਗੱਲਾਂ ਦਿਮਾਗ ਤੋਂ ਦੀ ਗਈਆਂ ਹੋਣਗੀਆਂ, ਕਿਉਂਕਿ ਕਰਕੇ ਘਾਤੀਆਂ ਹੋਣਗੀਆਂ। ਲੇਕਿਨ ਪ੍ਰਭੂ ਦੇ ਵਚਨ ਦੇ ਵਿੱਚੋਂ ਵਾ, ਖੁਦਾ ਦੀ ਬਾਣੀ ਚੋਂ ਅਨਸੁਣਾ ਕਰਨਾ ਇਹੋ ਹੀ ਅਵਿਸ਼ਵਾਸ ਆ, ਡਰਪੋਕ ਵਾ। ਸੋ ਅਸੀਂ ਪਰਮੇਸ਼ਰ ਦੇ ਕੋਲੋਂ ਡਰੀਏ, ਜੀਵਨ ਦੀ ਪੁਸਤਕ ਦੇ ਵਿੱਚ ਸਾਡਾ ਨਾਮ ਹੋਵੇ, ਤਾਂ ਹੀ ਅਸੀਂ ਇਸ ਜੱਗ ਦੇ ਵਿੱਚ ਵੀ ਸੁਖੀ ਹੋਵਾਂਗੇ। ਫਿਰ ਸਾਡੇ ਜਾਣ ਤੋਂ ਬਾਅਦ ਸਾਡੀ ਪੀੜ੍ਹੀ ਰਹਿ ਜਾਏਗੀ, ਬੱਚੇ ਰਹਿ ਜਾਣਗੇ, ਤਾਂ ਬੱਚਿਆਂ ਦੇ ਵੇਲੇ ਕੁਝ ਵੀ ਹੋਵੇ, ਸਾਡਾ ਰੈਪਚਰ ਦੇ ਵਿੱਚ ਅਸੀਂ ਹੋ ਜੇ, ਸਾਡੇ ਵੇਲੇ ਹੋਵੇ, ਸਾਡੇ ਬੱਚਿਆਂ ਦੇ ਵੇਲੇ ਰੈਪਚਰ ਹੋਵੇ, ਤਾਂ ਬੱਚੇ ਉਸ ਰੈਪਚਰ 'ਚ ਦਾਖਲ ਹੋਣ, ਤਾਂ ਕਿ ਸਾਡੇ ਜਦੋਂ ਜਾਈਏ ਤਾਂ ਬੱਚਿਆਂ ਦਾ ਰੈਪਚਰ ਦੇ ਵਿੱਚ ਸਾਡੇ ਬੱਚੇ ਦਾ ਜੱਗ ਜੋ ਵੀ ਰਹਿ ਜਾਵੇ ਉਹ ਜੱਗ ਵਾਸਤੇ ਹੋਵੇ, ਪਰਮੇਸ਼ਰ ਦੇ ਲੋਕਾਂ ਵਾਸਤੇ ਨਾ ਹੋਵੇ, ਪ੍ਰਭੂ ਦੇ ਲੋਕਾਂ ਵਾਸਤੇ ਨਾ ਹੋਵੇ। ਪ੍ਰਿਯੋ, ਰੈਪਚਰ ਦੇ ਬਾਰੇ ਕੁਝ ਹੋਰ ਸਿੱਖਣਾ ਵਾ ਤਾਂ ਧਾਰਮਿਕ ਕਿਤਾਬਾਂ ਪੜ੍ਹੇ, ਬਾਈਬਲ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਪੜ੍ਹੇ, ਰੈਪਚਰ ਦੇ ਬਾਰੇ ਮੱਤੀ ਦੀ ਕਿਤਾਬ ਪੜ੍ਹੇ, ਨਵੀਆਂ ਨਿਯਮ ਨੂੰ ਪੜ੍ਹੇ, ਬਾਰ-ਬਾਰ ਪੜ੍ਹੇ ਨਵੇਂ ਨਿਯਮ ਨੂੰ। ਇਹਦੇ ਵਿੱਚ ਹੀ ਤੁਹਾਨੂੰ ਵੀ ਮਿਲਣਾ ਵਾ। ਪ੍ਰਭੂ ਯਿਸੂ ਮਸੀਹ ਨੇ ਪਹਿਲੇ ਵਿੱਚ ਰੈਪਚਰ ਦੇ ਵਿੱਚ, ਜੋ ਮੈਂ ਤੁਹਾਨੂੰ ਫਿਲਮ 'ਚ ਦਿਖਾਇਆ, ਪ੍ਰਭੂ ਨੇ ਬੱਦਲਾਂ 'ਤੇ ਨਹੀਂ ਆਉਣਾ ਹੈਗਾ, ਸਵਰਗਦੂਤਾਂ ਨੇ ਆਉਣਾ ਵਾ, ਇੱਦਾਂ ਕਰਕੇ ਬਦਲਣਾ। ਬਾਣੀ ਆਖਦੀ ਪਲਕ ਝਪਕਦਿਆਂ, ਅਸੀਂ ਪੜ੍ਹਿਆ ਹੋਣੇ, ਪਲਕ ਝਪਕਦਿਆਂ ਹੀ ਅਸੀਂ ਹੋਰ ਦੇ ਹੋਰ ਹੋ ਜਾਣਾ ਵਾ। ਪਲਕ ਝਪਕਦਿਆਂ ਤੁਰੀ ਫੂਕੀ ਜਾਣੀ, ਤਾਂ ਪਲਕ ਦੇ ਝਪਕਦਿਆਂ ਹੀ ਜਦ ਸਾਡੀ ਪਲਕ ਝਪਕਦੀ ਆ, ਇੱਦਾਂ ਹੀ ਸਾਨੂੰ ਆਵਨਾਸ਼ੀ ਸਰੀਰ ਮਿਲ ਜਾਣਾ ਵਾ, ਹੈ ਨਾ। ਚਲੇ ਅਮਰਤਾ ਨੂੰ ਪਹਿਨ ਲੈਣ, ਅਮਰਤਾ ਨੂੰ ਸਦੀਪ ਕਾਲ ਨੂੰ ਪਹਿਨਣ ਵਾਲੇ ਅਸੀਂ ਹੋ ਜਾਣਾ ਵਾ। ਜੀਵਨ ਸਦਾ ਕਾਲ ਦਾ ਜੀਵਨ ਅਸੀਂ ਅਮਰਤਾ ਨੂੰ ਪਹਿਨਣ ਵਾਲੇ ਹੋ ਜਾਵਾਂਗੇ। ਤੇ ਇਸ ਲਈ ਤੁਹਾਨੂੰ ਤੇ ਮੈਨੂੰ ਜ਼ਰੂਰ ਇਹਨਾਂ ਗੱਲਾਂ 'ਤੇ ਜ਼ੋਰ ਦਈਏ। ਇਹਨਾਂ ਦਿਨਾਂ 'ਚ ਬੜੇ ਧਰਮੀ ਬਣਨ ਦੀ ਲੋੜ ਆ। ਅਸੀਂ ਬਦੀਆਂ ਤੋਂ, ਆਪਣੇ ਗੁਨਾਹਾਂ ਤੋਂ, ਆਪਣੇ ਭੈੜੇ ਰਾਹਾਂ ਤੋਂ ਮੁੜੀਏ, ਧਾਰਮਿਕ ਬਣੀਏ। ਪ੍ਰਿਯੋ, ਇਸ ਸਮੇਂ 'ਚ ਦੁਸ਼ਟ ਬੜੇ ਜ਼ੋਰਾਂ ਦਾ ਕਾਰਜ ਕਰਨ ਡਿਆ ਵਾ। ਬਹੁਤ ਜਗ੍ਹਾ ਤੇ ਬਹੁਤ ਰੰਗ ਬਰੰਗੇ ਕਾਰਜ ਹੋਣ ਡੇ ਆ, ਗੰਦੀਆਂ ਮੰਦੀਆਂ ਬਦਰੂਆਂ ਜ਼ੋਰ ਨਾਲ ਕੰਮ ਕਰਨ ਡੀਆਂ ਵਾ। ਫਿਰ ਲਿਖਿਆ ਨਸ਼ੇ ਵਾਲੀਆਂ ਬਦਰੂਆਂ, ਸ਼ਰਾਬ ਵਾਲੀਆਂ, ਲੜਾਈ ਝਗੜੇ ਵਾਲੀਆਂ ਬਹੁਤ ਸਾਰੇ ਕਾਰਜ ਹੋਣ ਡੇ। ਅਸੀਂ ਧਰਮੀ ਬਣ ਕੇ ਰਹੀਏ। ਅਸੀਂ ਜਿੰਨਾ ਜ਼ਿਆਦਾ ਧਰਮੀ ਬਣੀਏ, ਜਿੰਨਾ ਜ਼ਿਆਦਾ ਆਪਣਾ ਸੁਧਾਰ ਕਰੀਏ, ਉਨਾ ਹੀ ਆਪਣਾ ਸਾਡੇ ਵਿੱਚ ਥੋੜ੍ਹਾ ਵਾ। ਕਿਉਂਕਿ ਜਿੰਨਾ ਜ਼ਿਆਦਾ ਅਸੀਂ ਆਪਣਾ ਸੁਧਾਰ ਕਰਾਂਗੇ, ਉਨਾ ਜ਼ਿਆਦਾ ਪ੍ਰਭੂ ਦੇ ਅਸੀਂ ਲਾਗੇ ਜਾਵਾਂਗੇ। ਨਹੀਂ ਤੇ ਅਸੀਂ ਜਿੰਨਾ ਜ਼ਿਆਦਾ ਆਪਣੇ ਨੂੰ ਪ੍ਰਭੂ ਤੋਂ ਦੂਰ ਕਰਾਂਗੇ, ਉਹਨਾਂ ਜ਼ਿਆਦਾ ਜੱਗ ਦੀਆਂ ਗੁਨਾਹਾਂ ਦੇ ਵਿੱਚ, ਜੱਗ ਦੇ
ਵਧੀਆਂ ਦੇ ਵਿੱਚ ਫਸ ਕੇ ਹੋਰ ਜ਼ਿਆਦਾ ਅਸੀਂ ਪ੍ਰਭੂ ਦੇ ਕੋਲੋਂ ਵੱਖਰੇ ਦੂਰ ਹੁੰਦੇ ਜਾਵਾਂਗੇ, ਤਾਂ ਭ੍ਰਸ਼ਟ ਹੁੰਦੇ ਜਾਵਾਂਗੇ, ਤਾਂ ਦੁਨਿਆਵੀ ਗਲਤੀਆਂ ਦੇ ਦੁਨਿਆਵੀ ਲੋਕਾਂ ਨਾਲ ਹੋਣਾ ਵਾ ਉਹ ਸਾਡੇ ਨਾਲ ਵੀ ਫਿਰ ਹੋਣਾ ਵਾ। ਇਸ ਲਈ ਉਹਨਾਂ ਦੁਨਿਆਵੀ ਲੋਕਾਂ ਤੋਂ ਬਚਣ ਵਾਸਤੇ ਮੈਂ ਸ਼ੁੱਕਰਵਾਰ ਪ੍ਰਚਾਰ ਕੀਤਾ, ਜਿਸੇ ਲਈ ਇਸ ਮੈਸੇਜ ਨੂੰ ਬੋਲਣ ਵਾਸਤੇ ਮੈਂ ਸ਼ੁੱਕਰਵਾਰ ਪ੍ਰਚਾਰ ਕੀਤਾ ਹੈਗਾ। ਯੀਸ਼ੂ ਮਸੀਹ ਆਖਦਾ ਕਿ ਮੇਰਾ ਰਾਜ ਇਸ ਸੰਸਾਰ ਦਾ ਨਹੀਂਗਾ, ਮੈਂ ਸਵਰਗ ਦਾ ਹਾਂ। ਤੁਸੀਂ ਅਤੇ ਮੈਂ ਸੰਪੂਰਨ ਸਿੱਧ ਬਣੀਏ ਤਾਂ ਸਵਰਗੀ ਲੋਕ ਬਣੀਏ, ਯੀਸ਼ੂ ਦੇ ਲੋਕ ਬਣੀਏ, ਰੈਪਚਰ ਦੇ ਵਿੱਚ ਦਾਖਲ ਹੋਈਏ। ਪ੍ਰਿਓ ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ, ਬਰਕਤ ਦੇਵੇ। ਆਈਏ ਆਪਣੀਆਂ ਦਿਨਾਂ ਵੀ ਅੱਖਾਂ ਬੰਦ ਕਰੀਏ। ਬਹੁਤ ਸਾਰੀਆਂ ਗੱਲਾਂ ਹੋਰ ਵੀ ਸੀ ਮੇਰੇ ਕੋਲੋਂ, ਜੋ ਚੀਜ਼ ਬਾਰੇ ਮੈਂ ਪਹਿਲਾਂ ਬੋਲ ਜਾ, ਮੈਂ ਉੱਤੋਂ ਹੀ ਸਿਰਫ ਇੱਕ ਪੁਆਇੰਟ